ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ, ਸਾਨੂੰ ਸਮਝਾਉਂਦੇ ਵੀ ਇਹ ਸੰਸਾਰ ਦੇ ਵਿੱਚ ਜੀਵ ਆਉਂਦਾ ਹੈ, ਸਮਾਂ ਉਹਨੂੰ ਗਿਣਤੀ ਦਾ ਦਿੱਤਾ ਹੈ, ਸਵਾਸਾਂ ਦਾ ਧਨ। ਇੱਥੋਂ ਆ ਕੇ ਜਦੋਂ ਵਾਪਸ ਚਲਾ ਜਾਂਦਾ, ਜਿਹੜੇ ਉਹਦੇ ਸਾਕ ਸੰਬੰਧੀ ਹੁੰਦੇ, ਪਰਿਵਾਰ ਹੁੰਦਾ, ਫਿਰ ਉਹ ਰੋਂਦੇ ਨੇ। ਮਾਰੇ ਕਹਿੰਦੇ ਉਹ ਰੋਂਦੇ ਉਹਨੂੰ ਚੇਤੇ ਕਰ ਕਰਕੇ, ਪਰ ਜਿਹੜਾ ਮਰ ਗਿਆ ਉਹਦੇ ਨਾਲ ਨਹੀਂ ਮਰਦੇ, ਉਹਦੇ ਨਾਲ ਨਹੀਂ ਕੋਈ ਜਾਂਦਾ। ਸਤਿਗੁਰੂ ਕਹਿੰਦੇ ਭੈ ਰੋਵੇ ਗੁਣ ਸਾਰ ਸੰਭਾਲੇ, ਕੋ ਮਰੇ ਨਾ ਮੋਇਆ ਨਾਲੇ। ਵੀ ਭੈ ਦੇ ਵਿੱਚ ਰੋਂਦੇ, ਡਰ ਦੇ ਵਿੱਚ ਰੋਂਦੇ, ਸਹਿਮ ਦੇ ਵਿੱਚ ਰੋਂਦੇ, ਪਰ ਕੋਈ ਉਹਦੇ ਨਾਲ ਨਹੀਂ ਜਾਂਦਾ। ਮਰਿਆਂ ਦੇ ਨਾਲ ਕੋਈ ਮਰਦਾ ਨਹੀਂ, ਕਿਉਂਕਿ ਇਹ ਖੇਲ ਸਭ ਦਾ ਆਪੋ ਆਪਣਾ। ਪਤਾ ਨਹੀਂ ਕਿੰਨੀ ਕੁ ਵਾਰ ਸੰਸਾਰ ਦੇ ਵਿੱਚ ਆਪਾਂ ਆਏ, ਜਿਹਨੂੰ ਅਸੀਂ ਹੁਣ ਆਪਦੇ ਮਾਂ ਪਿਓ ਕਹਿੰਦੇ, ਉਹ ਪਹਿਲਾਂ ਕਦੇ ਸਾਡੇ ਬੱਚੇ ਬਣੇ ਹੋਣ, ਅਸੀਂ ਉਹਨਾਂ ਦੇ ਮਾਂ ਪਿਓ ਬਣ ਗਏ ਹੋਏ ਸੀ। ਇਸ ਤਰ੍ਹਾਂ ਹੀ ਪਤਾ ਨਹੀਂ ਕਿੰਨੀ ਕੁ ਵਾਰ ਇਹ ਅਸੀਂ ਵਾਰ-ਵਾਰ ਜੰਮਦੇ ਮਰਦੇ ਆ ਰਹੇ ਹਾਂ। ਗਾਂਧੀ ਜਦੋਂ 1 ਜੂਨ ਦੇ ਵਿੱਚ ਅਸੀਂ ਦੂਸਰੀ ਜੂਨ 'ਚ ਚਲੇ ਜਾਂਦੇ ਹਾਂ, ਸਾਨੂੰ ਸਾਡਾ ਪਿਛੋਕੜ ਭੁਲਾ ਦਿੰਦੇ, ਸਾਨੂੰ ਨਹੀਂ ਚੇਤਾ ਰਹਿੰਦਾ। ਚੇਤਾ ਤਾਂ ਆਪਾਂ ਹੁਣ ਦੇਖੀਏ, ਰਾਤ ਨੂੰ ਆਪਾਂ ਸੌਂ ਜਾਂਦੇ ਤਾਂ ਨਹੀਂ ਚੇਤਾ ਰਹਿੰਦਾ। ਜਦੋਂ ਪਾਉਣ ਤੋਂ ਅਸੀਂ ਵੱਖ ਹੋ ਜਾਂਦੇ ਹਾਂ, ਸਾਨੂੰ ਉਦੋਂ ਇਹ ਯਾਦ ਨਹੀਂ ਰਹਿੰਦਾ ਵੀ ਸਾਡਾ ਕਿਹੜਾ ਪਰਿਵਾਰ, ਸਾਡੇ ਕਿੰਨੇ ਬੱਚੇ ਨੇ, ਕਿੰਨੇ ਅਸੀਂ ਭੈਣ ਭਰਾ ਨੂੰ, ਸਭ ਭੁੱਲ ਜਾਂਦਾ। ਜਦੋਂ ਇਹ ਆਕਾਰ ਨੂੰ ਆਪਾਂ ਸਦਾ ਵਾਸਤੇ ਛੱਡ ਦਿੱਤਾ, ਫਿਰ ਯਾਦ ਨਹੀਂ ਰਹਿੰਦਾ। ਨਾ ਹੀ ਸਾਡੇ ਲਈ ਇਹ ਕੋਈ ਅਹਿਮੀਅਤ ਰੱਖਤ ਬਈ ਜਦੋਂ ਆਪਾਂ ਪਹਿਲਾਂ ਵੀ ਦੇਹਾਂ ਛੱਡੀਆਂ, ਬਈ ਸਾਡੇ ਮਗਰੋਂ ਕਿਹਨੇ ਮੈਨੂੰ ਯਾਦਾ ਚੇਤੇ ਕੀਤਾ, ਕਿਹੜਾ ਮੇਰਾ ਯਾਦਾ ਮੈਨੂੰ ਚੇਤੇ ਕਰਕੇ ਰੋਇਆ। ਉਹ ਚੀਜ਼ਾਂ ਸਾਡੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੀ, ਕਿਉਂਕਿ ਸਾਨੂੰ ਭੁੱਲ ਹੀ ਜਾਂਦਾ, ਸਾਨੂੰ ਚੇਤਾ ਹੀ ਨਹੀਂ ਰਹਿੰਦਾ ਵੀ ਕਿਹੜਾ ਸਾਡਾ ਪਰਿਵਾਰ ਸੀ, ਕੌਣ ਸੀ, ਕਿਹੜੇ ਸਾਡੇ ਸੰਗੀ ਸਾਥੀ ਸੀ। ਹੁਣ
ਹੁਣ ਇਸ ਵਾਸਤੇ ਫਿਰ ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਰਾ ਕੁਛ ਅਗਿਆਨਤਾ ਵਾਸੀ ਅਸੀਂ ਕਰਦੇ, ਨਾ ਭੇਦ ਹੋਣ ਕਰਕੇ, ਨਾ ਸੋਝੀ ਹੋਣ ਕਰਕੇ। ਬਈ ਅਸੀਂ ਸੋਗ ਹੈ ਜਿਹੜਾ, ਮਹਾਰਾਜ ਕਹਿੰਦੇ ਤੁਸੀਂ ਤਾਂ ਕਰੋ ਬਹੁਤਾ ਬਈ ਜੇ ਤੁਸੀਂ ਆਪ ਸੰਸਾਰ 'ਚ ਸਦਾ ਰਹਿਣਾ ਹੋਵੇ, ਵੀ ਅਸੀਂ ਤਾਂ ਜਾਣਾ ਨਹੀਂ ਜੀ, ਇੱਥੋਂ ਫਲਾਣਾ ਮਰ ਗਏ, ਅਸੀਂ ਤਾਂ ਮਰਨਾ ਹੀ ਨਹੀਂ ਕਦੇ। ਮਹਾਰਾਜ ਇਸ ਲਈ ਕਹਿੰਦੇ ਅਵਰ ਮੁਗੇ ਕਿਆ ਸੋਗ ਕਰੀਜੇ, ਤਾਂ ਕੀ ਜੈ ਜਾ ਆਪਣ ਜੀਜੇ। ਵੀ ਫੇਰ ਤਾਂ ਸੋਗ ਕਰੀ ਜਾਓ ਵੀ ਅਸੀਂ ਤਾਂ ਜਿਉਂਦੇ ਹੀ ਰਹਿਣਾ ਜੀ, ਅਸੀਂ ਕਿਹੜਾ ਜਾਣਾ ਇੱਥੋਂ, ਫਿਰ ਤਾਂ ਰੋਈ ਪਿੱਟੀ ਜਾਓ। ਜਦੋਂ ਸਾਨੂੰ ਇਹ ਭੇਤ ਹੀ ਖੋਲ੍ਹ ਦਿੱਤਾ ਵੀ ਜਿਹੜਾ ਸੰਸਾਰ 'ਚ ਆਇਆ ਜੀਵਨ ਨੇ ਜਾਣਾ ਹੀ ਜਾਣਾ ਇੱਥੋਂ, ਕੋਈ ਇੱਥੇ ਸਦਾ ਬੈਠਾ ਨਹੀਂ ਰਹਿੰਦਾ। ਸਿਰਫ ਸਮਾਂ ਹੈ ਗਿਣਤੀ ਦਾ, ਜਦੋਂ ਖਤਮ ਹੋ ਗਿਆ, ਕਿਸੇ ਦਾ ਪਹਿਲਾਂ ਖਤਮ ਹੋ ਜਾਣਾ, ਕਿਸੇ ਦਾ ਬਾਅਦ 'ਚੋਂ ਖਤਮ ਹੋ ਜਾਣਾ। ਹੋਣਾ ਤਾਂ ਹੈਗਾ ਹੀ, ਇਹ ਤਾਂ ਹੈ ਨਹੀਂ ਵੀ ਅਸੀਂ ਆਖੀਏ ਵੀ ਸਾਡਾ ਤਾਂ ਹੋਣਾ ਹੀ ਨਹੀਂ ਜੀ, ਅਸੀਂ ਤਾਂ ਜਾਣਾ ਹੀ ਨਹੀਂ। ਸਭ ਨੇ ਜਾਣਾ, ਬਾਰੀ ਆਪੋ ਆਪਣੀ, ਕੋਈ ਨਾ ਬੰਦੇ ਧੀਰ। ਵੀ ਆਪੋ ਆਪਣੀ ਵਾਰੀ ਮੁਤਾਬਕ ਸਭ ਨੇ ਤੁਰ ਜਾਣਾ, ਪਰ ਜਾਣਾ ਕਿੱਥੇ ਹੈ ਇਹ ਅਸੀਂ ਭੇਤ ਲੈਣਾ। ਵੀ ਜਿਹੜਾ ਜੀਵ ਗਿਆ ਤੇ ਗਿਆ ਕਿੱਥੇ, ਹੁਣ ਉਹ ਕਿੱਥੇ ਚਲਾ ਗਿਆ, ਕਿਉਂਕਿ ਮਰਨ ਵਾਲੇ ਤਾਂ ਆਪਾਂ ਹੈ ਨਹੀਂ, ਮਰਦੇ ਨਹੀਂ ਆਪਾਂ। ਜ਼ਿਆਦਾ ਅਸੀਂ ਮਾਲਕ 'ਚ ਲੀਨ ਹੋ ਸਕਦੇ ਹਾਂ ਜਾਂ ਸਾਡੀ ਕਾਇਆ ਪਲਟ ਜਾਂਦੀ, ਆਪਾਂ ਉਹੀ ਰਹਿੰਦੇ। ਜਿਉਂ ਆਪਾਂ ਸਤਿਯੁਗ ਤੋਂ ਚੱਲੇ ਹਾਂ, ਇਹ ਅਸੀਂ ਅੱਗੇ ਦੀ ਅੱਗੇ ਕਾਇਆ ਪਲਟਦੇ ਹੀ ਆ ਰਹੇ। ਮਹਾਰਾਜ ਇਸ ਲਈ ਫਰਮਾਉਂਦੇ ਜੋ ਤੂੰ ਹਾਂ ਜੁਗਤ ਸੈਸੇ ਕਾਇਆ ਫਿਰ ਪਲਟੀ। ਵੀ ਜੋਤ ਉਹੀ ਹੈ, ਮਨ ਉਹੀ ਹੈ, ਆਪਾਂ ਉਹੀ ਹਾਂ, ਕਾਇਆ ਪਲਟ ਜਾਂਦੀ। ਕਦੇ ਸਾਨੂੰ ਕੋਈ ਆਕਾਰ ਮਿਲ ਜਾਂਦਾ, ਕਦੇ ਕੋਈ ਮਿਲ ਜਾਂਦਾ। ਹੁਣ ਆਪਾਂ ਨੂੰ ਆਕਾਰ ਮਿਲ ਗਏ, ਸਰੀਰ ਮਾਨਸ ਜੰਮ। ਤੇ ਮਹਾਰਾਜ ਕਹਿੰਦੇ ਵੀ ਇਹ ਪਤਾ ਨਹੀਂ ਕਿੰਨੇ ਕੁ ਅਸੀਂ ਆਕਾਰ ਬਦਲਦੇ ਆ ਰਹੇ ਹਾਂ। ਕਤ ਕੀ ਮਾਈ ਬਾਤ ਕਤ ਕੀਰਾ ਕਿਦੋਂ ਥਾਓ ਹਮ ਆਏ, ਆਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਆ ਪਾਏ। ਬਈ ਪਤਾ ਨਹੀਂ ਕਿੰਨੀਆਂ ਕੁ ਸਾਡੀਆਂ ਮਾਵਾਂ ਬਣੀਆਂ, ਕਿੰਨੇ ਕੁ ਸਾਡੇ ਪਿਓ ਬਣੇ, ਕਦੋਂ ਕਦੇ ਅਸੀਂ ਤੁਰੇ ਹੋਏ ਹਾਂ, ਕਿਹੜੇ ਕਿਹੜੇ ਆਕਾਰਾਂ ਦੇ ਵਿੱਚੋਂ, ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚੋਂ ਅਸੀਂ ਹੁੰਦੇ ਆ ਰਹੇ। ਕਦੇ ਅਸੀਂ ਦਰਖਤ ਬਣ ਜਾਂਦੇ, ਕਦੇ ਅਸੀਂ ਪਸ਼ੂ ਬਣ ਜਾਂਦੇ, ਕਦੇ ਅਸੀਂ ਸੱਪ ਬਣ ਜਾਂਦੇ। ਇਹਨਾਂ ਆਕਾਰਾਂ ਦੇ ਵਿੱਚੋਂ, ਜੂਨਾਂ ਦੇ ਵਿੱਚੋਂ ਅਸੀਂ ਹੁੰਦੇ ਆ ਰਹੇ ਹਾਂ, ਤੁਰੇ ਆ ਰਹੇ ਹਾਂ ਅੱਗੇ ਦੀ ਅੱਗੇ। ਮਹਾਰਾਜ ਕਹਿੰਦੇ ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਜੰਤ ਪਾਏ, ਕੇਤੇ ਨਾਗ ਕੁਲੀ ਮੈਂ ਆਏ, ਕੇਤੇ ਪੰਖ ਉਡਾਏ। ਵੀ ਇਹ ਤਾਂ ਸਾਡਾ ਪਿਛਲਾ, ਜਿਹੜਾ ਅਸੀਂ ਕਿਤੇ ਰੁੱਖ ਬਣ ਜਾਂਦੇ, ਕਿਤੇ ਅਸੀਂ ਫਸਲ ਬਾੜੀਆਂ ਬਣ ਜਾਂਦੇ, ਕਿਤੇ ਅਸੀਂ ਪੰਛੀ ਬਣ ਜਾਂਦੇ ਆਕਾਸ਼ ਲੋਕ ਦੇ, ਕਿਤੇ ਅਸੀਂ ਸੱਪਾਂ ਦੀਆਂ ਕੁੱਲਾਂ ਦੇ ਵਿੱਚ, ਨਾਗਾਂ ਦੀਆਂ ਕੁੱਲਾਂ ਦੇ ਵਿੱਚ ਦੀ ਹੁੰਦੇ ਹੁੰਦੇ ਹੁਣ ਸਾਨੂੰ ਆਹ ਮੌਕਾ ਮਿਲ ਗਿਆ ਮਾਨਸ ਜਨਮ। ਮਹਾਰਾਜ ਕਹਿੰਦੇ ਵੀ ਹੁਣ ਇਹਨੂੰ ਮਾਮੂਲੀ ਨਾ ਸਮਝੋ, ਇਹਨੂੰ ਵਿਅਰਥ ਨਾ ਜਾਣ। ਇਸੇ ਭਰਮ ਦੇ ਵਿੱਚ ਪੈ ਕੇ, ਮੋਹ ਦੇ ਵਿੱਚ ਪੈ ਕੇ ਆਪਦਾ ਜੀਵਨ ਨੂੰ ਵਿਅਰਥ ਨਾ ਖਰਾਬ ਕਰ ਲਿਓ, ਫਿਰ ਨਾ ਵਾਪਸ ਮੁੜ ਜੀ। ਬਈ ਜਿਨ੍ਹਾਂ ਨੂੰ ਅਸੀਂ ਆਪਦੇ ਸਮਝਦੇ, ਇੱਥੇ ਕੋਈ ਕਿਸੇ ਦਾ ਨਹੀਂ ਹੈ। ਸਿਰਫ ਇਹ ਝੂਠੇ ਮੋਹ ਦੇ ਵਿੱਚ, ਬੰਧਨਾਂ ਦੇ ਵਿੱਚ ਅਸੀਂ ਵੱਜੇ ਹੋਏ। ਮਹਾਰਾਜ ਤਾਂ ਕਹਿੰਦੇ ਨਾ ਕੋਈ ਕਿਸੇ ਦੀ ਮਾਂ ਤੇ ਨਾ ਕੋਈ ਕਿਸੇ ਦਾ ਪੁੱਤ, ਨਾ ਕਿਸ ਕੀ ਮਾਈ, ਵੀ ਨਾ ਕੋਈ ਕਿਸੇ ਦਾ ਪੁੱਤ, ਨਾ ਕਿਸ ਕਾ ਪੂਤ, ਨਾ ਕਿਸ ਕੀ ਮਾਈ। ਝੂਠੇ ਮੋਹ ਭਰਮ ਭੁਲਾਈ, ਵੀ ਨਾ ਕੋਈ ਕਿਸੇ ਦਾ ਪੁੱਤ, ਨਾ ਕੋਈ ਕਿਸੇ ਦੀ ਮਾਈ। ਵੀ ਤਾਂ ਝੂਠਾ ਮੋਹ ਬੰਧਨਾਂ ਦੇ ਵਿੱਚ ਅਸੀਂ ਵੱਜੇ ਹੋਏ ਹਾਂ, ਅਸੀਂ ਕਹਿੰਦੇ ਸਾਡੇ ਨੇ।
ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੂੰ ਤੁਸੀਂ ਅੱਜ ਆਪਦੇ ਕਹਿੰਦੇ ਹੋ ਕੱਲ੍ਹ ਕਿਸੇ ਦੇ ਹੋਰ ਸੀ। ਜਦੋਂ ਤੁਸੀਂ ਨਹੀਂ ਰਹੋਗੇ ਜਾਂ ਇਹ ਨਹੀਂ ਰਹਿਣਗੇ ਫਿਰ ਕਿਸੇ ਦੇ ਹੋਰ ਹੋ ਜਾਣਗੇ, ਤੁਹਾਡੇ ਨਹੀਂ ਹੈ। ਵੀ ਇਹ ਤਾਂ ਆਪੋ ਆਪਣਾ ਖੇਲ ਹੈ। ਅਸੀਂ ਇਕੱਲੇ ਆਏ ਹਾਂ ਅਤੇ ਇਕੱਲਿਆਂ ਨਹੀਂ ਇੱਥੋਂ ਵਾਪਸ ਜਾਣਾ। ਸਿਰਫ ਖੇਲ ਵੀ ਇਹ ਦਿਨ ਦੇ ਸਮੇਂ ਡਰਾਮਾ ਵੀ ਅਸੀਂ ਆਉਂਦੇ ਹਾਂ ਅਤੇ ਕੱਪੜਾ ਪਾ ਲੈਂਦੇ ਇੱਥੇ ਆ ਕੇ। ਕਿਸੇ ਨੇ ਮਾਂ ਦਾ ਕੱਪੜਾ ਪਾ ਲਿਆ, ਕਿਸੇ ਨੇ ਪਿਓ ਦਾ ਪਾ ਲਿਆ, ਕਿਸੇ ਨੇ ਪੁੱਤ ਦਾ ਪਾ ਲਿਆ ਅਤੇ ਕਿਸੇ ਨੇ ਧੀ ਦਾ ਪਾ ਲਿਆ। ਕੋਈ ਭੈਣ ਭਰਾ ਬਣ ਗਏ ਅਤੇ ਡਰਾਮਾ ਸ਼ੁਰੂ ਹੋ ਗਈ। ਹੁਣ ਜਦੋਂ ਰਾਤ ਪੈ ਜਾਂਦੀ ਡਰਾਮਾ ਖਤਮ ਹੋ ਜਾਂਦਾ, ਫਿਰ ਅਸੀਂ ਵਾਪਸ ਮੁੜਨਾ ਹੁੰਦਾ। ਕੱਪੜਾ ਇੱਥੇ ਹੀ ਲਾ ਕੇ ਜਾਣਾ, ਗਰਾਊਂਡ ਖਾਲੀ ਕਰਕੇ ਜਾਣਾ। ਜੇ ਸਮਾਂ ਹੋਇਆ ਸਾਡੇ ਕੋਲ ਤਾਂ ਕੱਲ੍ਹ ਨੂੰ ਫੇਰ ਆ ਜਾਵਾਂਗੇ। ਕਈ ਵਾਰੀ ਸਮਾਂ ਖਤਮ ਹੋ ਜਾਂਦਾ, ਫਿਰ ਉਹ ਤੋਂ ਨਹੀਂ ਭੇਜਦੇ ਵੀ ਤੁਹਾਡਾ ਸਮਾਂ ਖਤਮ ਹੈ। ਖੇਲ ਖਤਮ ਹੋ ਗਿਆ ਫਿਰ ਨਹੀਂ ਆਉਣਾ ਵਾਪਸ। ਜਿਵੇਂ ਆਪਾਂ ਕਹਿ ਦਿੰਦੇ ਕਿ ਸੁੱਤਾ ਹੀ ਰਹਿ ਗਏ ਜੀ। ਸੰਸਾਰ 'ਚ ਆਪਾਂ ਸੁਣਦੇ ਹਾਂ ਨਾ ਕੀ ਹੋ ਗਿਆ ਜੀ, ਕੁਛ ਨਹੀਂ ਜੀ, ਚੰਗਾ ਭਲਾ ਸੀ, ਸੁੱਤਾ ਅਤੇ ਉੱਠਿਆ ਹੀ ਨਹੀਂ। ਉਹ ਕੀ ਹੋਇਆ ਵੀ ਉਹਦਾ ਸਮਾਂ ਖਤਮ ਹੋ ਗਿਆ, ਬਸ ਨਹੀਂ ਭੇਜਿਆ ਵੀ ਨਹੀਂ, ਖੇਲ ਤੁਹਾਡਾ ਖਤਮ ਹੋ ਗਿਆ, ਸਮਾਪਤ ਹੋ ਗਿਆ। ਜਿੰਨਾ ਰੋਲ ਸੀ ਦਿੱਤਾ ਹੋਇਆ ਉਹ ਰੋਲ ਅਦਾ ਕਰ ਦਿੱਤਾ ਉਹਨੇ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਰੋਸ ਕਾਹਦਾ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਕਿਆ ਕੀਜੇ। ਬਈ ਜਿਹਨੇ ਭੇਜਿਆ ਸੀ ਉਹਨੇ ਵਾਪਸ ਬੁਲਾ ਲਿਆ, ਅਤੇ ਫਿਰ ਰੋਸ ਕਿਹਦੇ ਨਾਲ ਕਰਨਾ? ਸੰਸਾਰ ਦੇ ਵਿੱਚ ਕਿਸੇ ਨਾਲ ਰੋਸ ਕਰੀਏ ਕਿ ਜਾਂ ਰੱਬ ਨਾ ਕਰੀਏ? ਬਈ ਸਾਡਾ ਸੀ ਤੂੰ ਕਾਹਤੋਂ ਲੈ ਗਿਆ? ਅਤੇ ਉਹ ਕਹਿੰਦੇ ਤੁਹਾਡਾ ਤਾਂ ਹੈ ਹੀ ਨਹੀਂ ਸੀ। ਤੁਹਾਨੂੰ ਕਿਹਨੇ ਆਖਿਆ ਤੁਹਾਡਾ? ਮਹਾਰਾਜ ਤਾਂ ਸਾਨੂੰ ਸਪਸ਼ਟ ਕਹਿੰਦੇ ਵੀ ਤੁਹਾਡਾ ਨਹੀਂ ਹੈ, ਤੁਹਾਡਾ ਤਾਂ ਇਹ ਸਰੀਰ ਵੀ ਨਹੀਂ ਆਪਦਾ। ਤੁਸੀਂ ਕਹਿੰਦੇ ਹੋ ਗਾਂ ਵੀ ਸਾਡੇ ਨਹੀਂ। ਇਹ ਸਰੀਰ ਵੀ ਆਪਣਾ ਬਗਾਨਾ ਹੈ। ਇਹ ਕੱਪੜਾ ਅਸੀਂ ਇੱਥੇ ਰੋਜ਼ ਲਾ ਕੇ ਜਾਂਦੇ ਹਾਂ, ਨਾਲ ਨਹੀਂ ਲੈ ਕੇ ਜਾ ਸਕਦੇ। ਸਤਿਗੁਰੂ ਇਸ ਲਈ ਕਹਿੰਦੇ ਵਸਤ ਪਰਾਈ, ਮੂਰਖ ਗਰਭ ਕਰੇ ਆਪ ਬਣਾਈ। ਵੀ ਵਸਤ ਤਾਂ ਪਰਾਈ ਹੈ ਅਤੇ ਆਪ ਹੰਕਾਰ ਕਰਦਾ, ਗਰਭ ਕਰਦਾ, ਕਹਿੰਦਾ ਮੇਰੀ ਹੈ। ਮਾਰੇ ਕਹਿੰਦੇ ਜੇ ਤੇਰੀ ਹੈ ਤਾਂ ਨਾਲ ਲੈ ਕੇ ਜਾ ਕੇ ਦਿਖਾ। ਜੇ ਅਸੀਂ ਕਹਿੰਦੇ ਨਾ ਵੀ ਸਾਡਾ ਹੈ, ਆਹ ਧਰਤੀ ਸਾਡੀ, ਆਹ ਘਰ ਸਾਡਾ, ਆਹ ਜ਼ਮੀਨ ਜਾਇਦਾਦ ਸਾਡੀ, ਇਹ ਸਰੀਰ ਮੇਰਾ, ਕਹਿੰਦੇ ਜੇ ਤੇਰਾ ਤੇ ਫਿਰ ਨਾਲ ਲੈ ਕੇ ਜਾ। ਨਾਲ ਤਾਂ ਜਾਂਦਾ ਕੋਈ ਨਹੀਂ, ਨਾਲ ਤਾਂ ਇਹ ਸਰੀਰ ਵੀ ਨਹੀਂ ਜਾਂਦਾ, ਇਹ ਵੀ ਇੱਥੇ ਹੀ ਰਹਿ ਜਾਂਦਾ। ਤਾਂਹੀਓ ਮਾਰੇ ਕਹਿੰਦੇ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਵੀ ਕਿਉਂ ਐਵੇਂ ਝੂਠੇ ਬੰਧਨਾਂ 'ਚ ਸੁੱਤਾ ਪਿਆ, ਭਰਮ ਦੇ ਵਿੱਚ ਜਾਗ। ਅਤੇ ਜਿਹਨੂੰ ਤੂੰ ਆਪਦਾ ਕਹਿੰਦਾ ਨਾ ਵੀ ਇਹ ਮੇਰੇ ਨੇ, ਅੱਗੇ ਇਹ ਧਰਤੀ ਮੇਰੀ, ਇਹ ਜ਼ਮੀਨ, ਇਹ ਘਰ-ਬਾਰ ਮੇਰਾ, ਤੇਰਾ ਤਾਂ ਇਹ ਸਰੀਰ ਵੀ ਨਹੀਂ, ਇਹਨੇ ਵੀ ਤੇਰੇ ਨਾਲ ਨਹੀਂ ਜਾਣਾ, ਇਹ ਵੀ ਇੱਥੇ ਹੀ ਰਹਿ ਜਾਣਾ। ਹੁਣ ਇਸ ਵਾਸਤੇ ਫਿਰ ਜਦੋਂ ਇਹ ਆਪਾਂ ਨੂੰ ਸੋਝੀ ਆਉਂਦੀ, ਸਾਡਾ ਮਨ ਜਾਗਦਾ, ਫਿਰ ਆਪਣਾ ਇੱਥੇ ਬਹੁਤਾ ਕਿਸੇ ਨਾਲ ਕੋਈ ਲਗਾ ਨਹੀਂ ਰਹਿੰਦਾ। ਇਹ ਸਰੀਰ ਵੀ ਜਿਹੜਾ ਇਹ ਵੀ ਬੇਗਾਨਾ ਲੱਗਣ ਲੱਗ ਜਾਂਦਾ। ਜਿਵੇਂ ਬਾਬਾ ਕਬੀਰ ਜੀ ਕੋਲ ਇੱਕ ਜੋਗੀ ਆਇਆ, ਉਹ ਪੁੱਛਣ ਲੱਗਿਆ ਕਿਉਂਕਿ ਉਹਨਾਂ ਦੀ ਬੜੀ ਸੋਭਾ ਹੋ ਚੁੱਕੀ ਸੀ, ਨਾਂ ਹੋ ਗਿਆ ਬਾਬਾ ਕਬੀਰ ਜੀ। ਉਹ ਕਹਿੰਦੇ ਵੀ ਤੁਹਾਨੂੰ ਜਿਹੜੇ ਬੰਧਨ ਨੇ ਮਾਇਆ, ਤੁਹਾਨੂੰ ਨਹੀਂ ਬੰਨ੍ਹਦੀ, ਵੀ ਤੁਸੀਂ ਮਾਇਆ ਦੇ ਵਿੱਚ ਨਹੀਂ ਬੰਨ੍ਹੇ ਜਾਂਦੇ। ਤੁਸੀਂ ਕੰਮ ਵੀ ਕਰਦੇ ਹੋ, ਕਿਰਤ ਵੀ ਕਰਦੇ ਹੋ, ਅਤੇ ਤੁਹਾਡਾ ਪਰਿਵਾਰ ਵੀ ਹੈ, ਤੁਹਾਡੇ ਬੱਚੇ ਵੀ ਨੇ, ਤੁਹਾਡਾ ਪਰਿਵਾਰ ਵੀ ਹੈ। ਤੁਸੀਂ ਇਹਨਾਂ ਦੇ ਮੋਹ 'ਚ ਨਹੀਂ ਬੱਝਦੇ। ਤੁਹਾਨੂੰ ਇਹ ਮਾਇਆ ਜਿਹੜੀ ਇਹ ਤੰਗ ਨਹੀਂ ਕਰਦੀ, ਤੁਹਾਨੂੰ ਸਾੜਦੀ ਨਹੀਂ ਮਨ, ਤੁਹਾਨੂੰ ਤੁਹਾਡੇ ਮਨ ਨੂੰ ਦੁਖੀ ਨਹੀਂ ਕਰਦੀ। ਉਹ ਕਹਿੰਦੇ ਜੀ ਵੀ ਨਹੀਂ, ਸਾਨੂੰ ਤਾਂ ਬੜਾ ਮਾਲਕ ਦੀ ਮੌਜ ਹੈ, ਬੜਾ ਆਨੰਦ ਹੈ, ਬੜਾ ਸੁੱਖ ਹੈ।
ਵੀ ਸਾਡਾ ਜਿਹੜਾ ਮਨ ਉਹ ਬੜਾ ਸੀਤਲ ਹੈ, ਬੜਾ ਠੰਡਾ ਹੈ, ਸਾਡਾ ਮਨ ਨਹੀਂ ਸੜਦਾ। ਉਹ ਕਹਿੰਦੇ ਕਿਉਂ? ਕਹਿੰਦੇ ਸਾਨੂੰ ਬ੍ਰਹਮ ਦਾ ਗਿਆਨ ਹੋ ਗਿਆ। ਬ੍ਰਹਮ ਦਾ ਗਿਆਨ ਹੋਣ ਕਰਕੇ ਸਾਨੂੰ ਹੋਰ ਤਾਂ ਚੀਜ਼ ਆਪਦੀ ਲੱਗਣੀ ਕਿ ਸਾਨੂੰ ਇਹ ਸਰੀਰ ਵੀ ਪਰਾਇਆ ਲੱਗਦਾ, ਸਾਨੂੰ ਇਹ ਸਰੀਰ ਵੀ ਬੇਗਾਨਾ ਲੱਗਦਾ, ਵੀ ਇਹ ਵੀ ਬੇਗਾਨਾ, ਇਹ ਵੀ ਇੱਥੇ ਦਾ ਇੱਥੇ ਹੀ ਰਹਿ ਜਾਣਾ, ਇਹ ਕੱਪੜਾ ਇੱਥੇ ਹੀ ਲਾ ਕੇ ਜਾਣਾ। ਇਹ ਤਾਂ ਹੋਇਆ ਕਿਉਂਕਿ ਉਹ ਕਹਿੰਦੇ ਵੀ ਸਾਨੂੰ ਬ੍ਰਹਮ ਦਾ ਗਿਆਨ ਹੋ ਗਿਆ, ਬ੍ਰਹਮ ਦਾ ਭੇਤ ਆ ਗਿਆ। ਤੇ ਕੀ ਕਹਿੰਦੇ ਬਾਬਾ ਜੀ? ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਬਈ ਜਿਹੜੀ ਜਵਾਲਾ ਸਾਰੇ ਜਗਤ ਨੂੰ ਸਾੜਤੀ, ਕੋਈ ਕਿਸੇ ਪੱਖੋਂ ਦੁਖੀ, ਕੋਈ ਕਿਸੇ ਪੱਖੋਂ ਦੁਖੀ, ਉਹ ਦੁਰਮਤ ਦੀ ਅਗਨ ਦੇ ਵਿੱਚ ਜਲ ਹੀ ਰਿਹਾ ਨਾ, ਉਹ ਦੁਖੀ ਹੈ, ਉਹ ਅਸ਼ਾਂਤ। ਹੁਣ ਇਹ ਅਸ਼ਾਂਤ ਕਾਹਤੋਂ ਹੁੰਦਾ? ਕਿਉਂਕਿ ਉਹ ਜੀਵਨ ਨੂੰ ਬ੍ਰਹਮ ਦਾ ਗਿਆਨ ਨਹੀਂ ਹੈ। ਨਾ ਬ੍ਰਹਮ ਦਾ ਗਿਆਨ ਹੋਣ ਕਰਕੇ ਤਾਂ ਉਹ ਦੁਖੀ ਨੇ, ਤਾਂ ਉਹ ਸ਼ਾਂਤ। ਹੁਣ ਜੋ ਸਾਨੂੰ ਸਤਿਗੁਰੂ ਗਿਆਨ ਬਖਸ਼ਿਸ਼ ਕਰ ਰਹੀ ਹੈ, ਸਤ ਸੰਗਤ ਦੇ ਵਿੱਚ ਜੋ ਸਾਨੂੰ ਉਪਦੇਸ਼ ਦਿੱਤਾ ਜਾਂਦਾ, ਇਹ ਕੋਈ ਮਾਮੂਲੀ ਗਿਆਨ ਨਹੀਂ ਹੈ। ਇਹਨੂੰ ਅਸੀਂ ਆਰਜੀ ਨਹੀਂ ਲੈਣਾ ਵੀ ਉੱਦਾਂ ਹੀ ਹੈ ਜੀ, ਵੀ ਪਤਾ ਨਹੀਂ ਕੀ ਹੈ। ਜੇ ਅਸੀਂ ਇਹ ਗਿਆਨ ਨੂੰ ਹਿਰਦੇ 'ਚ ਵਸਾ ਲਾਂਗੇ ਨਾ, ਸਾਨੂੰ ਹੋ ਜਾਏਗਾ, ਤੇ ਸਾਨੂੰ ਕਦੇ ਕੋਈ ਦੁੱਖ ਹੋਣਾ ਹੀ ਨਹੀਂ। ਦੁੱਖ ਤਾਂ ਹੈ ਕਿਉਂਕਿ ਜਦੋਂ ਇਹ ਗਿਆਨ ਸਾਡੇ ਹਿਰਦੇ 'ਚ ਵਸਦਾ, ਫਿਰ ਅਸੀਂ ਦੁਖੀ ਹੁੰਦੇ ਹਾਂ, ਫਿਰ ਅਸੀਂ ਅਸ਼ਾਂਤ ਹੁੰਦੇ ਹਾਂ, ਫਿਰ ਅਸੀਂ ਰੋਸ ਕਰਦੇ ਹਾਂ। ਮਹਾਰਾਜ ਕਹਿੰਦੇ ਰੋਸ ਕਰਨ ਦਾ ਤੁਹਾਨੂੰ ਕੋਈ ਲਾਭ ਨਹੀਂ ਹੈ, ਕਿਉਂਕਿ ਇਹਦੇ ਵਿੱਚ ਦੋਸ਼ ਕਿਸੇ ਹੋਰ ਦਾ ਨਹੀਂ। ਜੇ ਅਸੀਂ ਦੁਖੀ ਹਾਂ ਨਾ, ਅਸੀਂ ਕਿਸੇ ਹੋਰ ਨੂੰ ਦੋਸ਼ ਦਈਏ, ਦੋਸ਼ ਸਾਡੇ ਕਰਮਾਂ ਦਾ। ਕਰਮ ਕੀ? ਸਾਡੇ ਵਿਚਾਰ, ਸਾਡੇ ਫੁਰਨੇ, ਸਾਡੀ ਸੋਚ, ਸਾਡੀ ਮੱਤ ਅਵਧੀ, ਇਹਦਾ ਦੋਸ਼, ਹੋਰ ਕਿਸੇ ਦਾ ਦੋਸ਼ ਨਹੀਂ ਹੈ। ਮਹਾਰਾਜ ਇਸ ਲਈ ਫਰਮਾਉਂਦੇ, ਦੱਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨ। ਬਈ ਕਿਸੇ ਨੂੰ ਤਾਂ ਅਸੀਂ ਦੋਸ਼ ਦੇ ਹੀ ਨਹੀਂ ਸਕਦੇ ਵੀ ਅਸੀਂ ਫਲਾਣੇ ਕਰਕੇ ਦੁਖੀ ਹਾਂ ਜੀ। ਦੋਸ਼ ਤਾਂ ਸਾਡੇ ਕਰਮਾਂ ਦਾ ਹੈ, ਵੀ ਜੋ ਸਾਨੂੰ ਗੁਰੂ ਨੇ ਕਾਰ ਆਖੀ ਅਸੀਂ ਉਹ ਕਾਰ ਤਾਂ ਕਰਦੇ ਹੀ ਨਹੀਂ। ਜਦੋਂ ਗੁਰੂ ਦਾ ਅਸੀਂ ਵਚਨ ਹੀ ਨਹੀਂ ਮੰਨਾਂਗੇ, ਅਸੀਂ ਗਿਆਨ ਹੀ ਨਹੀਂ ਲਵਾਂਗੇ, ਤੇ ਦੁਖੀ ਤਾਂ ਅਸੀਂ ਹੋਣਾ ਹੀ ਹੋਇਆ। ਫਿਰ ਅਸੀਂ ਸੁਖੀ ਨਹੀਂ ਹੋ ਸਕਦੇ। ਤਾਈਓਂ ਮਹਾਰਾਜ ਸਾਨੂੰ ਸਮਝਾਉਂਦੇ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਵੀ ਗੁਰੂ ਦੇ ਆਖੇ ਲੱਗ ਕੇ ਤੁਸੀਂ ਉਹ ਕਾਰ ਕਿਉਂ ਨਹੀਂ ਕਮਾਉਂਦੇ? ਜਿਹੜੀ ਕਾਰ ਸਾਨੂੰ ਗੁਰੂ ਕਹਿ ਰਹੇ ਵੀ ਸਿਮਰਨ ਕਰੋ, ਸਤ ਸੰਗਤ ਕਰੋ, ਗੁਰੂ ਦੀ ਮੱਤ ਲਵੋ, ਆਪਦੀ ਮੱਤ ਛੱਡੋ। ਜੇ ਹੁਣ ਅਸੀਂ ਇਹ ਕਾਰ ਹੀ ਨਹੀਂ ਕਮਾਵਾਂਗੇ ਗੁਰੂ ਦੀ ਦੱਸੀ ਹੋਈ, ਤੇ ਫਿਰ ਅਸੀਂ ਆਖੀਏ ਵੀ ਸਾਨੂੰ ਦੁੱਖ ਬੜਾ ਜੀ, ਤੇ ਦੁੱਖ ਤਾਂ ਹੋਈ ਗਈ। ਦੁੱਖ ਸਾਨੂੰ ਲੱਗਦਾ ਹੀ ਉਦੋਂ ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲੇ ਹੁੰਦੇ। ਮਹਾਰਾਜ ਤਾਈਆਂ ਫਰਮਾਉਂਦੇ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਵੀ ਜਦੋਂ ਅਸੀਂ ਵਾਹਿਗੁਰੂ ਨਹੀਂ ਭੁੱਲ ਗਏ ਤੇ ਰੋਗੀ ਤਾਂ ਹੋ ਹੀ ਗਏ। ਫਿਰ ਅਸੀਂ ਦੋਸ਼ ਕਿਸੇ ਹੋਰ ਨੂੰ ਦਈਏ ਤੇ ਉਹ ਸਾਡਾ ਦਿੱਤਾ ਹੋਇਆ ਦੋਸ਼ ਵੀ ਵਿਅਰਥ, ਅਸੀਂ ਹੋਰ ਦੁਖੀ ਹੋਵਾਂਗੇ। ਇਸ ਵਾਸਤੇ ਸਤਿਗੁਰਾਂ ਨੇ ਆਪਾਂ ਨੂੰ ਇਹ ਸਮਝਾਇਆ ਵੀ ਅਸੀਂ ਗੁਰੂ ਦੇ ਆਖੇ ਲੱਗਣਾ, ਗੁਰੂ ਦੀ ਦੱਸੀ ਹੋਈ ਅਸੀਂ ਕਾਰ ਕਮਾਉਣੀ। ਹੁਣ ਅਸੀਂ ਕੀ ਕਰਦੇ ਹਾਂ? ਅਸੀਂ ਕਹਿੰਦੇ ਹਾਂ ਵੀ ਜੋ ਅਸੀਂ ਕਹਿੰਦੇ ਗੁਰੂ ਉਹ ਕਰੇ। ਅਸੀਂ ਜੋ ਅਰਦਾਸ ਕਰਦੇ ਹਾਂ, ਜੋ ਅਰਦਾਸ ਦੇ ਵਿੱਚ ਅਸੀਂ ਮੰਗ ਰਹੇ ਹਾਂ, ਗੁਰੂ ਨੂੰ ਸਾਡੀ ਗੱਲ ਮੰਨਣੀ ਚਾਹੀਦੀ। ਉਹ ਮੰਨਦਾ ਕਿਉਂ ਨਹੀਂ? ਇਹਦਾ ਮਤਲਬ ਵੀ
ਗੁਰੂ ਸਾਡੀ ਮੰਨੀ ਚੱਲੇ ਤੇ ਅਸੀਂ ਗੁਰੂ ਦੀ ਨਾ ਮੰਨੀ। ਬਈ ਗੁਰੂ ਜੋ ਸਾਨੂੰ ਕਹਿ ਰਿਹਾ ਅਸੀਂ ਉਹ ਨਹੀਂ ਮੰਨਣਾ, ਗੁਰੂ ਨੂੰ ਅਸੀਂ ਆਪਦੀ ਮਨਾਉਣੀ ਹੈ ਵੀ ਜਿਵੇਂ ਅਸੀਂ ਕਹਿੰਦੇ ਉਵੇਂ ਕਰ। ਗੁਰੂ ਦੀ ਦੱਸੀ ਹੋਈ ਕਾਰ ਕਮਾਉਣੀ, ਸਤਿਗੁਰੂ ਜੋ ਸਾਨੂੰ ਕਹਿ ਰਹੇ ਅਸੀਂ ਉਹਨਾਂ ਦਾ ਬਚਨ ਮੰਨਣਾ ਸੀ, ਕਿੰਤੂ ਪਰੰਤੂ ਤਾਂ ਕਰ ਹੀ ਨਹੀਂ ਸਕਦੇ ਵੀ ਆਹ ਕਿਉਂ ਜੀ, ਐਂ ਕਾਹਤੋਂ ਹੋ ਗਿਆ। ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਾਂਗੇ, ਫਿਰ ਸਾਨੂੰ ਸਮਝਾਉਂਦੇ ਵੀ ਚਾਹੇ ਦੁੱਖ ਆਵੇ ਤੇ ਚਾਹੇ ਸੁੱਖ ਆਵੇ ਸੰਸਾਰੀ, ਇਹ ਆਰਜੀ ਨੇ ਮਿਥੇ ਹੋਏ। ਸੰਸਾਰ ਦਾ ਸੁੱਖ ਵੀ ਮਿਥਿਆ ਹੁੰਦਾ ਤੇ ਦੁੱਖ ਵੀ ਮਿਥਿਆ ਹੁੰਦਾ। ਮਿਥਿਆ ਹੁੰਦਾ ਵੀ ਜਿਹੜਾ ਸਦਾ ਨਹੀਂ ਰਹਿਣ ਵਾਲਾ। ਹੁਣ ਮਹਾਰਾਜ ਇਸ ਲਈ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਕੀ ਕਰਨਾ, ਵੀ ਅਸੀਂ ਮਾਲਕ ਨੂੰ ਧਿਆਉਣਾ। ਇਹ ਸਾਨੂੰ ਗੁਰੂ ਮੱਤ ਦਿੰਦੇ। ਦੁੱਖ ਸੁੱਖ ਪਿਆਰੇ ਤੁਧ ਤੇ ਆਈ, ਇਸ ਮੱਤ ਗੁਰੂ ਤੇ ਪਾਈ। ਬਈ ਇਹ ਸਮੱਤ ਸਾਨੂੰ ਗੁਰੂ ਨੇ ਦੇਣੀ ਵੀ ਚਾਹੇ ਦੁੱਖ ਆ ਜੇ ਚਾਹੇ ਸੁੱਖ ਆ ਜੇ, ਧਿਆਉਣਾ ਮਾਲਕ ਨੂੰ ਹੀ, ਉਹਦਾ ਸਿਮਰਨ ਕਰਨਾ। ਜੇ ਅਸੀਂ ਉਹਦਾ ਸਿਮਰਨ ਕਰਦੇ ਰਹਾਂਗੇ ਤੇ ਦੁੱਖ ਸੁੱਖ ਸਾਨੂੰ ਸਮ ਲੱਗਣਗੇ ਬਰਾਬਰ। ਜਿਹਨੂੰ ਮਹਾਰਾਜ ਕਹਿੰਦੇ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ। ਬਈ ਚਾਹੇ ਸਾਨੂੰ ਦੁੱਖ ਆ ਗਿਆ ਚਾਹੇ ਸੁੱਖ ਆ ਗਿਆ, ਸਮ ਹੁੰਦਾ ਬਰਾਬਰ, ਇੱਕੋ ਜਿਹਾ। ਬਈ ਜੇ ਸੌਖੇ ਤੇ ਤਾਂ ਵੀ ਉਹਦੀ ਰਜਾ ਹੈ, ਜੇ ਦੁੱਖੇ ਤੇ ਤਾਂ ਵੀ ਉਹਦੀ ਰਜਾ ਹੈ। ਜਿਹੜਾ ਇਸ ਅਵਸਥਾ 'ਚ ਚੱਲਦਾ ਹੈ ਉਹਨੂੰ ਕਹਿੰਦੇ ਵੀ ਇਹ ਗੁਰਮੁਖ, ਉਹਨੂੰ ਕਹਿੰਦੇ ਵੀ ਇਹ ਗਿਆਨੀ ਹੈ, ਇਹਨੂੰ ਬ੍ਰਹਮ ਦਾ ਗਿਆਨ ਹੈ। ਉਹਨੂੰ ਇਹ ਸੰਸਾਰ ਦੇ ਦੁੱਖ ਸੁੱਖ ਬੰਨ੍ਹ ਨਹੀਂ ਸਕਦੇ। ਮਹਾਰਾਜ ਕਹਿੰਦੇ ਦੁੱਖ ਸੁੱਖ ਇਹ ਬਾਧੇ ਜੇ ਨਾਹਿਨ ਤਹਿ ਜਾਨੋ ਤੁਮ ਗਿਆਨੀ। ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਨਿਆ। ਜਿਹੜਾ ਇਸ ਅਵਸਥਾ ਦੇ ਵਿੱਚ ਵਿਚਰਦਾ ਉਹਨੂੰ ਕਹਿੰਦੇ ਵੀ ਇਹ ਗਿਆਨੀ, ਵੀ ਇਹਨੂੰ ਬ੍ਰਹਮ ਦਾ ਗਿਆਨ ਹੈ। ਬ੍ਰਹਮ ਦਾ ਗਿਆਨ ਹੋਣ ਕਰਕੇ ਇਹਦਾ ਮਨ ਸੀਤਲ ਹੈ, ਇਹਦਾ ਮਨ ਠੰਡਾ। ਇਸ ਕਰਕੇ ਇਹਨੂੰ ਦੁੱਖ ਸੁੱਖ ਦੋਨੋਂ ਸਮ ਨੇ ਬਰਾਬਰ। ਇਸ ਅਵਸਥਾ ਦੇ ਵਿੱਚ ਸਤਿਗੁਰੂ ਆਪਾਂ ਨੂੰ ਕਹਿ ਰਹੇ ਵੀ ਤੁਸੀਂ ਚੱਲੋ। ਹੁਣ ਉਹ ਅਸੀਂ ਜਾਵਾਂਗੇ ਤਾਂ ਹੀ ਜੇ ਹੁਣ ਅਸੀਂ ਸਿਮਰਨ ਕਰਾਂਗੇ, ਸਿਮਰਨ ਕਰਕੇ ਸਾਡਾ ਮਨ ਸਹਿਜ ਵਿੱਚ ਜਾਏਗਾ। ਸਹਿਜ ਆਪਣਾ ਘਰ ਹੈ। ਜਦੋਂ ਅਸੀਂ ਸਹਿਜ ਵਿੱਚ ਜਾਣਾ ਸਿੱਖ ਲਿਆ, ਉੱਥੇ ਸਾਡੇ 'ਤੇ ਆ ਦੁੱਖ ਸੁੱਖ ਸੰਸਾਰ ਦੇ ਅਸਰ ਨਹੀਂ ਕਰਦੇ। ਇਹ ਥੱਲੇ ਰਹਿ ਜਾਂਦੇ ਦੁੱਖ ਸੁੱਖ, ਸਾਡਾ ਮਨ ਤੋਂ ਉੱਪਰ ਚਲਾ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼। ਤਿਥੇ ਉਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁੱਖ ਵਿਆਪਤ ਨਾਹੀਂ, ਜਿਥੇ ਆਤਮ ਰਾਮ ਪਰਗਾਸ। ਬਈ ਇੱਕ ਐਸੀ ਵੀ ਥਾਂ ਹੈ, ਐਸਾ ਵੀ ਘਰ ਹੈ ਜਿੱਥੇ ਸਾਨੂੰ ਕੋਈ ਦੁੱਖ ਸੁੱਖ ਲੱਗਦਾ ਹੀ ਨਹੀਂ ਸੰਸਾਰ। ਹੁਣ ਉਹ ਘਰ ਅਸੀਂ ਲੱਭਣਾ, ਉਹ ਘਰ ਦੇ ਵਿੱਚ ਅਸੀਂ ਵਾਸਾ ਕਰਨਾ। ਗੁਰਮੁਖਾਂ ਨੇ ਉਹ ਘਰ ਲੱਭ ਲਿਆ ਫਿਰ, ਜਿੱਥੇ ਨਾ ਜਨਮ ਨਾ ਮੌਤ, ਨਾ ਉੱਥੇ ਜਰਾ ਹੁੰਦਾ। ਜਰਾ ਹੁੰਦਾ ਬੁਢੇਪਾ, ਉੱਥੇ ਅਸੀਂ ਬੁੱਢੇ ਨਹੀਂ ਹੁੰਦੇ, ਉੱਥੇ ਬੁਢੇਪਾ ਨਹੀਂ ਆਉਂਦਾ। ਜਿੰਨਾ ਸਮਾਂ ਮਰਜ਼ੀ ਅਸੀਂ ਜੁਗਾਂ ਜੁਗਾਂਤਰ ਸਮਾਏ ਬੈਠੇ ਰਹੀਏ ਮਾਲਕ 'ਚ, ਉੱਥੇ ਅਸੀਂ ਬੁੱਢੇ ਨਹੀਂ ਹੁੰਦੇ। ਇੱਥੇ ਮਾਇਆ ਦੇ ਘਰ ਦੇ ਵਿੱਚ ਸਾਰਾ ਕੁਛ। ਮਹਾਰਾਜ ਇਸ ਲਈ ਫਰਮਾਉਂਦੇ ਨਾਨਕ ਬੱਧਾ ਘਰ ਤਾਂ ਹਾਂ, ਜਿਸੇ ਮਿਰਤ ਨ ਜਨਮ ਜਰਾ। ਵੀ ਸਾਡਾ ਉਹ ਘਰ ਹੈ ਜਿੱਥੇ ਜਨਮ ਨਾ ਮੌਤ ਹੋਵੇ, ਨਾ ਉੱਥੇ ਜਰਾ ਵੀ। ਵੀ ਉਹ ਘਰ ਲੱਭ ਲਏ। ਜਦੋਂ ਅਸੀਂ ਉਹ ਘਰ ਦੇ ਵਿੱਚ ਵਾਸਾ ਕਰ ਲਾਂਗੇ ਤੇ ਉੱਥੇ ਸੁੱਖ ਹੀ ਸੁੱਖ, ਉੱਥੇ ਆਨੰਦ ਹੀ ਆਨੰਦ। ਫਿਰ ਪਤਾ ਲੱਗਦਾ ਵੀ ਇਹ ਸੰਸਾਰ ਦੇ ਵਿੱਚ ਤਾਂ ਦੁੱਖ ਨਹੀਂ। ਇਸ ਅਵਸਥਾ ਦੇ ਵਿੱਚ ਹੀ ਜਦੋਂ ਗੁਰਮੁਖ ਜਾਂਦੇ ਸਹਿਜ ਦੇ ਵਿੱਚ,
ਸਹਿਜ ਜਾ ਕੇ ਜਦੋਂ ਉਹ ਦਿਵ ਦ੍ਰਿਸ਼ਟੀ ਦੁਆਰਾ ਦੇਖਦੇ, ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਇਸ ਸੰਸਾਰ ਦੇ ਵਿੱਚ ਸਾਰੇ ਜੀਵ ਦੁਖੀ ਨੇ। ਇਸੇ ਵਾਸਤੇ ਜੀ ਮਹਾਰਾਜ ਕਹਿੰਦੇ, ਨਾਨਕ ਦੁਖੀਆ ਸਭ ਸੰਸਾਰ। ਬਈ ਇਹ ਸੰਸਾਰ ਕਾਹਤੋਂ ਦੁਖੀ ਨੇ? ਕਿਉਂਕਿ ਇਹਨਾਂ ਨੇ ਗੁਰੂ ਦੀ ਮੱਤ ਨਹੀਂ ਲਈ, ਆਪਦੇ ਘਰ ਨੂੰ ਭੁੱਲ ਕੇ। ਘਰ ਨੂੰ ਭੁੱਲੇ ਹੋਣ ਕਰਕੇ ਹੀ ਮਨ ਦਿਨ ਰਾਤ ਦੁਖੀ ਹੋ ਰਿਹਾ, ਦਿਨ ਰਾਤ ਬਿਲਕਦਾ ਫਿਰਦਾ। ਜਿਨ੍ਹਾਂ ਨੂੰ ਮਾਲਕ ਦਾ ਨਾਮ ਭੁੱਲ ਗਿਆ, ਉਹ ਇਸ ਤਰ੍ਹਾਂ ਦੁਖੀ ਨੇ, ਇਸ ਤਰ੍ਹਾਂ ਬਿਲਕਦੇ ਜਿਵੇਂ ਇੱਕ ਰੋਗੀ ਹੁੰਦਾ, ਜਿਹਨੂੰ ਕੋਹੜ ਚੱਲ ਜਾਂਦਾ, ਜਿਵੇਂ ਕੋਹੜੀ ਹੋ ਜਾਂਦਾ। ਜਿਹਦੇ ਸਰੀਰ ਨੂੰ ਕੋਹੜ ਲੱਗ ਗਿਆ, ਉਹ ਹਾਏ ਹਾਏ ਕਰਦਾ ਰਹਿੰਦਾ, ਉਹ ਸੁਖੀ ਨਹੀਂ ਰਹਿੰਦਾ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਬਈ ਜਿਵੇਂ ਉਹ ਪੱਕਾ ਰੋਗੀ ਹੋਇਆ ਬਿਲਕਦਾ, ਇਸੇ ਤਰ੍ਹਾਂ ਮਨ ਬਿਲਕਦਾ ਫਿਰ, ਦਿਨ ਰਾਤ ਅਸ਼ਾਂਤ, ਦਿਨ ਰਾਤ ਦੁਖੀ, ਤੇ ਦੁੱਖਾਂ ਦੇ ਵਿੱਚ ਬਿਲਕਦਾ ਫਿਰਦਾ, ਅਸ਼ਾਂਤ ਹੋਇਆ ਹੋਇਆ। ਸਤਿਗੁਰੂ ਕਹਿੰਦੇ ਵੀ ਜੇ ਤੁਸੀਂ ਸੁੱਖ ਲੈਣਾ, ਕਿ ਤੁਸੀਂ ਆਪਦੇ ਘਰ ਆ ਜਾਓ। ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਿਹੜਾ ਦੁੱਖ ਸਾਨੂੰ ਮਾਲਕ ਦੇ ਨਾਲ ਜੋੜ ਦੇਵੇ, ਉਹ ਦੁੱਖ ਨਹੀਂ ਹੁੰਦਾ, ਉਹ ਦਾਰੂ ਹੁੰਦਾ। ਜਿਹੜਾ ਸੁੱਖ ਸਾਨੂੰ ਮਾਲਕ ਨੂੰ ਭੁਲਾ ਦੇਵੇ, ਉਹ ਸੁੱਖ ਨਹੀਂ ਹੁੰਦਾ, ਉਹ ਰੋਗ ਹੁੰਦਾ। ਸੰਸਾਰ ਦਾ ਸਾਰਾ ਖੇਲ ਪੁੱਠਾ ਹੈ। ਇਸ ਲਈ ਮਹਾਰਾਜ ਕਹਿੰਦੇ, ਦੁੱਖ ਦਾਰੂ ਸੁੱਖ ਰੋਗ ਭਏ। ਬਈ ਉਹਦਾ ਦੁੱਖ ਸਾਡੇ ਵਾਸਤੇ ਦਾਰੂ ਬਣ ਗਿਆ, ਜਿਹਨੇ ਸਾਨੂੰ ਰੱਬ ਨਾਲ ਜੋੜ ਦਿੱਤਾ, ਜਿਹਨੇ ਸਾਨੂੰ ਪਰਮੇਸ਼ਰ ਨਾਲ ਜੋੜ ਦਿੱਤਾ, ਜਿਹਨੇ ਸਾਨੂੰ ਸਿਮਰਨ ਕਰਨ 'ਤੇ ਲਾ ਦਿੱਤਾ। ਜਿਹੜੇ ਸੁੱਖ ਨੇ ਸਾਨੂੰ ਸਿਮਰਨੀ ਭੁਲਾ ਦੇਣਾ, ਸਾਨੂੰ ਮਾਲਕ ਤੋਂ ਹੀ ਦੂਰ ਕਰ ਦੇਣਾ, ਸੰਗਤ ਤੋਂ ਦੂਰ ਕਰ ਦੇਣਾ, ਇਹ ਸੁੱਖ ਨਹੀਂ ਹੈ, ਦੁੱਖ। ਤਾਈਆਂ ਫਿਰ ਕਹਿੰਦੇ ਵੀ ਜੇ ਮਾਲਕ ਦੁੱਖ ਦੇ ਵਿੱਚ ਹੀ ਰਾਜੀ ਹੈ, ਜੇ ਉਹ ਦੁੱਖ ਦੇ ਵਿੱਚ ਹੀ ਚੇਤੇ ਆਉਂਦਾ ਹੈ, ਫਿਰ ਇਹੋ ਜਿਹੇ ਸੁੱਖਾਂ ਨੂੰ ਅਸੀਂ ਚੁੱਲ੍ਹੇ 'ਚ ਡਾ ਦਈਏ। ਬਈ ਇਹੋ ਜਿਹੇ ਸੁੱਖਾਂ ਤੋਂ ਅਸੀਂ ਕਰਾਉਣਾ ਕੀ ਹੈ, ਜਿਹਨੇ ਸਾਨੂੰ ਰੱਬ ਨੂੰ ਹੀ ਭੁਲਾ ਦੇਣਾ। ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਸੁੱਖ ਜਿਹੜਾ ਉਹ ਰੋਗ ਬਣ ਜਾਂਦਾ, ਉਹ ਦੁੱਖ ਦਾਰੂ ਬਣ ਜਾਂਦਾ, ਜਿਹੜਾ ਸਾਨੂੰ ਪਰਮਾਤਮਾ ਦੇ ਨਾਲ ਜੋੜਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹ ਦੁੱਖ ਜਿਹੜਾ ਇਹ ਸਾਨੂੰ ਮਿਲਦਾ ਵੀ ਤਾਂ ਹੀ ਵੀ ਅਸੀਂ ਰੱਬ ਨਾਲ ਜੁੜ ਜਾਈਏ, ਪਰਮਾਤਮਾ ਨਾਲ ਜੁੜ ਜਾਈਏ। ਕਿਉਂਕਿ ਦੁੱਖ ਦੇ ਵਿੱਚ ਸਾਡੇ ਬੰਧਨ ਟੁੱਟ ਜਾਂਦੇ। ਜਦੋਂ ਸਾਨੂੰ ਕੋਈ ਬਹੁਤ ਅੰਦਰੋਂ ਦੁੱਖ ਹੁੰਦਾ ਨਾ, ਉਦੋਂ ਸਾਡੇ ਬੰਧਨ ਜਿਹੜੇ ਉਹ ਟੁੱਟ ਜਾਂਦੇ। ਜੇ ਸਾਨੂੰ ਉਦੋਂ ਰਸਤਾ ਮਿਲਿਆ ਹੋਵੇ, ਜੇ ਅਸੀਂ ਸੰਗਤ ਕਰਦੇ ਹੋਈਏ, ਸਿਮਰਨ ਕਰਦੇ ਹੋਈਏ, ਫਿਰ ਸਾਡਾ ਮਨ ਉਦੋਂ ਪਰਮਾਤਮਾ ਨਾਲ ਜੁੜ ਜਾਂਦਾ, ਮਾਲਕ ਦੇ ਨਾਲ ਜੁੜ ਜਾਂਦਾ। ਜੇ ਸਾਨੂੰ ਨਾ ਗਿਆਨ ਹੋਵੇ, ਨਾ ਸੰਗਤ ਮਿਲੇ, ਨਾ ਸਿਮਰਨ ਹੋਵੇ, ਫਿਰ ਜੀਵ ਦੂਜੇ ਪਾਸੇ ਨੂੰ ਚੱਲ ਪੈਂਦਾ। ਜਿਵੇਂ ਕਿਸੇ ਨੂੰ ਦੁੱਖ ਲੱਗ ਜਾਂਦਾ, ਉਹ ਨਸ਼ੇ ਦਾ ਆਦੀ ਹੋ ਜਾਂਦਾ, ਨਸ਼ਾ ਕਰਨ ਲੱਗ ਜਾਂਦਾ। ਬਈ ਕਿਵੇਂ ਨਾ ਕਿਵੇਂ ਮੈਂ ਇਹ ਦੁੱਖ ਨੂੰ ਭੁਲਾਵਾਂ ਅਤੇ ਮੈਨੂੰ ਚੈਨ ਆਵੇ, ਉਹ ਫਿਰ ਨਸ਼ਾ ਕਰਦਾ। ਫਿਰ ਉਹ ਜਦੋਂ ਨਸ਼ਾ ਕਰੂ ਅਤੇ ਕੁਝ ਸਮਾਂ ਤਾਂ ਉਹਨੂੰ ਲੱਗੂ ਵੀ ਮੈਨੂੰ ਨੀਂਦ ਆ ਗਈ, ਅਤੇ ਉਦੋਂ ਬਾਅਦ 'ਚੋਂ ਫਿਰ ਉਹਦੇ ਉਵੇਂ ਵਿਚਾਰ ਚੱਲ ਪੈਣਗੇ। ਜੇ ਅਸੀਂ ਗੁਰਬਾਣੀ ਗੁਰੂ ਦਾ ਦੱਸਿਆ ਹੋਇਆ ਰਸਤਾ ਅਖਤਿਆਰ ਕਰੀਏ, ਜੇ ਜੀਵ ਦੁੱਖ 'ਚ ਸਿਮਰਨ ਕਰਨਾ ਸ਼ੁਰੂ ਕਰਦੇ, ਫਿਰ ਉਹ ਸਹਿਜ ਵਿੱਚ ਚਲਾ ਜਾਂਦਾ, ਫਿਰ ਉਹ ਆਪਣੇ ਘਰ ਚਲਾ ਜਾਂਦਾ। ਜਦੋਂ ਘਰ ਚਲਾ ਗਿਆ ਅਤੇ ਉਹਦਾ ਦੁੱਖ ਉੱਦਾਂ ਹੀ ਖਤਮ ਹੋ ਜਾਂਦਾ, ਫਿਰ ਉਹਨੂੰ ਕੋਈ ਦੁੱਖ ਰਹਿੰਦਾ ਹੀ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਬਈ ਹਰ ਇੱਕ ਪੱਖੋਂ ਸਾਨੂੰ ਸਾਡੇ ਜੀਵਨ ਦੀ ਜਾਂਚ ਸਿਖਾਈ ਹੋਈ ਗੁਰੂ ਸਾਹਿਬ ਨੇ। ਬਈ ਸੰਸਾਰ ਦੇ ਵਿੱਚ ਜਦੋਂ ਜੀਵ ਆਉਂਦਾ ਹੈ,
ਵੀ ਉਹਨੂੰ ਮਕਸਦ ਦੇ ਕੇ, ਮਨੋਰਥ ਦੇ ਕੇ ਭੇਜਿਆ ਜਾਂਦਾ ਵੀ ਤੂੰ ਚੱਲੇ ਆ ਮਾਨਸ ਜਾਮਾ, ਤੈਨੂੰ ਦਿੱਤਾ, ਵਾਰੀ ਦਿੱਤੀ ਹੈ। ਹੁਣ ਤੋਂ ਇਹ ਸਮਾਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਆਪੇ ਦੀ ਪਹਿਚਾਣ ਕਰ ਲੈਣੀ, ਆਪਦੇ ਘਰ ਦੀ ਪਹਿਚਾਣ ਕਰ ਲੈਣੀ ਤੇ ਵਾਪਸ ਆ ਜਾ। ਹੁਣ ਜੇ ਤਾਂ ਅਸੀਂ ਇਹ ਖੇਲ ਨੂੰ ਸਮਝੇ, ਫਿਰ ਤਾਂ ਅਸੀਂ ਸਮਝਾਂਗੇ ਵੀ ਜੇ ਕੋਈ ਆਇਆ ਹੈ, ਸਾਡਾ ਸੰਜੋਗੀ ਆਇਆ ਹੈ, ਬਈ ਮਾਲਕ ਨੇ ਭੇਜਿਆ ਤੇ ਉਹਨੂੰ ਹੁਣ ਮੌਕਾ, ਵਾਰੀ ਮਿਲਿਆ ਤੇ ਕਈਆਂ ਯੁੱਗਾਂ ਬਾਅਦ ਮਿਲੀ ਵਾਰੀ, ਬਈ ਹੁਣ ਇਹਦਾ ਜਿਹੜਾ ਅਸਲ ਮਕਸਦ ਹੈ ਉਹਨੂੰ ਪੂਰਾ ਕਰਕੇ ਜਾਵੇ। ਤੇ ਉਹ ਜਿਹੜੇ ਮਾਤਾ ਪਿਤਾ ਉਹ ਫਿਰ ਬੱਚੇ ਨੂੰ ਸਿੱਖਿਆ ਹੀ ਉਹ ਦੇਣੀ ਸ਼ੁਰੂ ਕਰਨਗੇ, ਮੁੱਢ ਤੋਂ ਹੀ ਸੰਗਤ ਕਰਾਉਣਗੇ, ਸਿਮਰਨ ਕਰਾਉਣਗੇ, ਤਾਂ ਕਿ ਉਹਨੂੰ ਆਪਦਾ ਮਕਸਦ ਜਿਹੜਾ ਅਸਲ ਉਹ ਚੇਤੇ ਰਵੇ। ਫਿਰ ਉਹ ਜਦੋਂ ਜਾਏਗਾ ਤੇ ਇੱਥੋਂ ਮਕਸਦ ਪੂਰਾ ਕਰਕੇ ਜਾਏਗਾ, ਤੇ ਫਿਰ ਜਦੋਂ ਘਰ ਜਾਏਗਾ ਤੇ ਖੁਸ਼ੀ ਹੋਏਗੀ ਆਪਾਂ ਨੂੰ, ਕਿਉਂਕਿ ਜਿਹੜਾ ਆਪਣਾ ਅਸਲ ਘਰ ਹੈ ਉਹ ਪਰਲੋਕ ਹੈ, ਜਿੱਥੇ ਦੇ ਆਪਾਂ ਵਾਸੀ ਹਾਂ। ਇਹ ਆਪਣਾ ਦੇਸ਼ ਨਹੀਂ, ਸਾਡਾ ਦੇਸ਼ ਉਹ ਹੈ ਜਿਸੋਂ ਆਪਾਂ ਨੂੰ ਮਾਲਕ ਨੇ ਭੇਜਿਆ, ਅਸੀਂ ਘੱਲੇ ਆਏ ਉਹਦੇ। ਜਦੋਂ ਉਹਨੇ ਸੱਦਣਾ ਸਾਨੂੰ ਵਾਪਸ ਜਾਣਾ ਪੈਣਾ। ਹੁਣ ਜੇ ਤਾਂ ਅਸੀਂ ਮਕਸਦ ਪੂਰਾ ਕਰਕੇ ਜਾਂਦੇ ਹਾਂ, ਮਾਲਕ 'ਚ ਲੀਨ ਹੁੰਦੇ ਹਾਂ, ਸਮਾਉਂਦੇ ਹਾਂ, ਫਿਰ ਮਹਾਰਾਜ ਕਹਿੰਦੇ ਵੀ ਸੰਤਾਂ ਨੂੰ ਰੋਣਾ ਨਹੀਂ ਹੁੰਦਾ। ਵੀ ਸੰਤਾਂ ਨੂੰ ਕੀ ਰੋਣਾ, ਕਿਉਂਕਿ ਉਹ ਤਾਂ ਆਪਦੇ ਘਰ ਚਲੇ ਗਏ, ਸੱਚ 'ਚ ਸਮਾ ਗਈ, ਮਾਲਕ 'ਚ ਲੀਨ ਹੋ ਗਈ, ਉਹਦਾ ਸਦਾ ਲਈ ਆਨੰਦ ਅਵਸਥਾ ਦੇ ਵਿੱਚ ਚਲੇ ਗਏ। ਤਾਂ ਮਹਾਰਾਜ ਕਹਿੰਦੇ ਕਬੀਰ ਸੰਤ ਮੁਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਗਤ ਵਾਪੜੇ, ਜੋ ਹਾਟੇ ਹਾਟ ਬਕਾਏ। ਬਈ ਜੇ ਰੋਣਾ ਮਨਮੁਖ ਨੂੰ, ਕਿਉਂਕਿ ਉਹ ਆਇਆ ਤੇ ਉਹਨੇ ਜੀਵਨ ਦਾ ਲਾਹਾ ਹੀ ਨਹੀਂ ਖੱਟਿਆ, ਉਹ ਵਾਪਸ ਫੇਰ ਜੂਨਾਂ 'ਚ ਮੁੜ ਗਿਆ, ਫੇਰ ਘਰਾਂ 'ਚ ਚੱਲਾ ਗਿਆ। ਤੇ ਜਦੋਂ ਆਪਾਂ ਨੂੰ ਸੋਝੀ ਆ ਜਾਂਦੀ, ਫਿਰ ਆਪਾਂ ਨੂੰ ਉਹਦਾ ਵੀ ਨਹੀਂ ਵਿਰਾਗ ਰਹਿੰਦਾ ਕੋਈ। ਬਈ ਜਿਹੜਾ ਸਾਗਤ ਹੈ, ਜੇ ਉਹ ਚੱਲਿਆ ਵੀ ਗਿਆ, ਉਹਦਾ ਕਿਹੜਾ ਕਿਸੇ ਨੂੰ ਕੋਈ ਲਾਭ ਸੀ ਸੰਸਾਰ ਦੇ ਵਿੱਚ। ਮਨਮੁਖ ਹੈ ਜਿਹੜਾ, ਮਨਮੁਖ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ, ਕੋਈ ਲਾਹਾ ਨਹੀਂ ਹੁੰਦਾ। ਜਿਹੜਾ ਆਪ ਸ਼ਾਂਤ ਹੈ, ਜਿਹੜਾ ਆਪ ਦੁਖੀ ਹੈ ਦਿਨ ਰਾਤ, ਉਹ ਕਿਸੇ ਨੂੰ ਸੁੱਖ ਥੋੜ੍ਹੀ ਦੇਗਾ। ਉਹ ਜਦੋਂ ਆਪ ਦੁਖੀ ਹੋ, ਅੱਗੇ ਵੀ ਦੁੱਖ ਹੀ ਪੈਦਾ ਕਰੇਗਾ। ਤੇ ਉਹ ਤਾਂ ਫਿਰ ਸੰਸਾਰ 'ਚ ਆਪਾਂ ਨੂੰ ਲੱਗਦਾ ਵੀ ਮਰ ਗਿਆ। ਗੁਰਬਾਣੀ ਗੁਰੂ ਤਾਂ ਉਹਨਾਂ ਨੂੰ ਪਹਿਲਾਂ ਹੀ ਮਰੇ ਹੋਏ ਕਹਿੰਦੇ ਨੇ, ਜਿਨ੍ਹਾਂ ਨੂੰ ਪਰਮਾਤਮਾ ਵਿਸਰਿਆ, ਜਿਹੜੇ ਸਿਮਰਨ ਨਹੀਂ ਕਰਦੇ, ਜਿਹੜੇ ਸੰਗਤ ਨਹੀਂ ਕਰਦੇ, ਮਹਾਰਾਜ ਕਹਿੰਦੇ ਉਹ ਜਿਉਂਦੇ ਨੇ, ਉਹ ਤਾਂ ਲਾਸ਼ਾਂ ਹੀ, ਉਹ ਤਾਂ ਪਹਿਲਾਂ ਹੀ ਮਰੇ ਹੋਏ। ਇਸ ਲਈ ਮਹਾਰਾਜ ਸਾਨੂੰ ਸਮਝਾਉਂਦੇ, ਕਹਿੰਦੇ ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ। ਵੀ ਜਿਨ੍ਹਾਂ ਨੂੰ ਅੰਦਰ ਦਾ ਗਿਆਨ ਹੀ ਨਹੀਂ ਹੋਇਆ, ਉਹ ਤਾਂ ਮਰੇ ਹੀ ਹੋਏ ਨੇ, ਉਹ ਜਿਉਂਦੇ ਥੋੜ੍ਹੀ ਆ। ਜਿਹੜੇ ਮਾਲਕ ਦੇ ਨਾਲ ਨਹੀਂ ਜੁੜੇ, ਉਹ ਇਹ ਨਾ ਜਾਣਨ ਵੀ ਅਸੀਂ ਜਿਉਂਦੇ, ਉਹ ਜਿਉਂਦੇ ਨਹੀਂ। ਤੇ ਜਿਹੜਾ ਮਰਿਆ ਹੀ ਹੋਇਆ, ਤੇ ਮਰੇ ਨੂੰ ਕੀ ਰੋਣਾ ਫਿਰ। ਤਾਂ ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਸਾਕਤ ਹੈ, ਮਨਮੁਖ ਹੈ, ਵੀ ਉਹਦਾ ਜਿਹੇ ਜਿਹਾ ਸੰਸਾਰ 'ਚ ਆਇਆ, ਜਿਹੋ ਜਿਹਾ ਨਾ ਆਏ। ਕਿਉਂਕਿ ਜਿਹਨੇ ਭਗਤੀ ਨਹੀਂ ਕੀਤੀ, ਉਹ ਤਾਂ ਫਿਰ ਮਹਾਰਾਜ ਕਹਿੰਦੇ ਆਇਆ ਕੀ ਲੈਣ ਸੰਸਾਰ ਦੇ ਵਿੱਚ। ਵੀ ਜਿਸ ਮਕਸਦ ਵਾਸਤੇ ਆਇਆ ਸੀ, ਮਾਨਸ ਜਾਮਾ ਮਿਲਿਆ ਸੀ, ਜੇ ਉਹਨੇ ਮਾਨਸ ਜਾਮੇ 'ਚ ਰਹਿੰਦੇ ਹੋਏ ਭਗਤੀ ਵੀ ਨਹੀਂ ਕੀਤੀ, ਫਿਰ ਉਹਨੂੰ ਕਹਿੰਦੇ ਭਾਈ ਰੇ ਮਨਮੁਖ ਕਾਹੀ ਜਗ ਆਇਆ, ਪੂਰੇ ਗੁਰ ਕੀ ਸੇਵ ਨ ਕੀਨੀ, ਵਿਰਥਾ ਜਨਮ ਗਵਾਇਆ। ਵੀ ਉਹਦਾ ਲੈਣ ਕੀ ਆਇਆ ਸੰਸਾਰ 'ਚ, ਕਿਉਂਕਿ ਉਹਨੇ ਗੁਰੂ ਦੀ ਤਾਂ ਕਦੇ ਸੇਵਾ ਹੀ ਨਾ ਕੀਤੀ। ਸ਼ਬਦ ਗੁਰੂ ਦੀ, ਨਾਮ ਦੀ, ਨਾਮ ਦੇ ਨਾਲ ਤਾਂ ਅੰਦਰੋਂ ਜੁੜਿਆ ਹੀ ਨਾ, ਤੇ ਕਹਿੰਦੇ ਸਾਰਾ ਜੀਵਨ ਹੀ ਵਿਅਰਥ ਚੱਲਾ ਗਿਆ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਸ ਮਕਸਦ ਵਾਸਤੇ ਸਾਨੂੰ ਇਹ ਜੀਵਨ ਮਿਲਿਆ, ਮਾਨਸ ਜਾਮਾ, ਇਹਦੇ ਵਿੱਚ ਰਹਿੰਦੇ ਹੋਏ ਹੁਣ ਤੁਸੀਂ ਭਗਤੀ ਕਰੋ, ਸਿਮਰਨ ਕਰੋ।
ਜੋ ਸਾਡਾ ਅਸਲ ਘਰ ਹੈ ਉਹ ਘਰ ਦੀ ਪਹਿਚਾਣ ਕਰੋ ਅਤੇ ਆਪਦੇ ਘਰ ਜਾਓ। ਜੇ ਅਸੀਂ ਆਪਦੇ ਘਰ ਚਲੇ ਜਾਵਾਂਗੇ ਹੁਣ ਸਾਡਾ ਦੁਬਾਰਾ ਫੇਰਾ ਨਹੀਂ ਹੋਏਗਾ ਸੰਸਾਰ 'ਚ, ਆਪਾਂ ਮੁੜ ਕੇ ਨਹੀਂ ਆਵਾਂਗੇ। ਤਾਈਓ ਮਹਾਰਾਜ ਆਪਾਂ ਨੂੰ ਰੋਜ਼ ਫਰਮਾਉਂਦੇ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਬਈ ਦੁਬਾਰਾ ਨਹੀਂ ਅਸੀਂ ਮੁੜ ਕੇ ਆਵਾਂਗੇ ਜੇ ਹੁਣ ਅਸੀਂ ਸਹਿਜ ਘਰ ਚਲੇ ਜਾਈਏ। ਸਹਿਜ ਆਪਣਾ ਘਰ ਹੈ, ਅਸੀਂ ਘਰ ਚਲੇ ਜਾਵਾਂਗੇ ਅਤੇ ਦੁਬਾਰਾ ਵਾਪਸ ਨਹੀਂ ਜੁੜਨਾ ਚਾਹਾਂਗੇ। ਹੁਣ ਸਹਿਜ ਵਿੱਚ ਜਾਣ ਵਾਸਤੇ ਸਾਨੂੰ ਇਹ ਸਿਮਰਨ ਕਰਨਾ ਪੈਣਾ ਅਤੇ ਜੋ ਮਾਲਕ ਕਰ ਰਿਹਾ ਉਹਨੂੰ ਭਲਾ ਭਲਾ ਕਰਕੇ ਮੰਨਣਾ ਪੈਣਾ, ਰੋਸ ਨਹੀਂ ਕਰਨਾ। ਜੇ ਅਸੀਂ ਰੋਸ ਕਰਾਂਗੇ ਤਾਂ ਫਿਰ ਸਹਿਜ 'ਚ ਨਹੀਂ ਜਾ ਸਕਦੇ, ਫਿਰ ਤਾਂ ਲਾਂਭੇ ਹੀ ਨੇ ਜਿੰਨੇ ਮਰਜ਼ੀ ਦੇ ਹੀ ਚੱਲੋ। ਅਤੇ ਲਾਂਭੇ ਦੇ ਕੇ ਅਸੀਂ ਦੁਖੀ ਹੀ ਹੋਵਾਂਗੇ, ਅਸੀਂ ਸੁਖੀ ਨਹੀਂ ਹੋ ਸਕਦੇ। ਇਸ ਲਈ ਮਹਾਰਾਜ ਕਹਿੰਦੇ, ਜਿਸ ਠਾਕਰ ਸਿਓ ਨਾਹੀ ਚਾਰਾ, ਤਾਕੋ ਕੀਜੇ ਸਦ ਨਮਸਕਾਰ। ਬਈ ਜਿਸ ਮਾਲਕ ਅੱਗੇ ਸਾਡਾ ਕੋਈ ਚਾਰਾ ਚੱਲਣਾ ਹੀ ਨਹੀਂ, ਜ਼ਿਆਦਾ ਹੋਵੇ ਵੀ ਸਾਡਾ ਕੀਤਾ ਹੁੰਦਾ ਹੋਵੇ, ਹੋਣਾ ਹੀ ਨਹੀਂ। ਨਾ ਦਾ ਸੰਸਾਰ ਦੇ ਵਿੱਚ ਉਹ ਜਦੋਂ ਜੀਵ ਨੂੰ ਭੇਜਦਾ ਉਹ ਕੋਈ ਸਾਡੀ ਰਾਏ ਲੈਂਦਾ ਵੀ ਮੈਂ ਭੇਜਾਂ ਕਿ ਨਾ ਭੇਜਾਂ, ਅਤੇ ਨਾ ਹੀ ਉਹ ਜਦੋਂ ਸੱਦਦਾ ਵਾਪਸ ਉਹ ਉਦੋਂ ਸਾਨੂੰ ਪੁੱਛਦਾ। ਆਈਆਂ ਮਹਾਰਾਜ ਕਹਿੰਦੇ, ਕਿਸ ਨੂੰ ਕਹੀਏ ਨਾਨਕਾ ਬਿਨ ਪੁੱਛਿਆ ਹੀ ਲੈ ਜਾਏ। ਕਿਹਨੂੰ ਆਖੀਏ ਬਈ ਸਾਨੂੰ ਪੁੱਛ ਕੇ ਲੈ ਕੇ ਜਾਈਂ, ਜੇ ਪੁੱਛ ਕੇ ਲੈ ਕੇ ਜਾਵੇ ਤਾਂ ਕੋਈ ਜਾਣ ਹੀ ਨਾ ਦੇਵੇ ਕਿਸੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਵੀ ਜੀਵ ਸੰਸਾਰ 'ਚ ਆਇਆ ਵੀ ਉਹਨੇ ਤਾਂ ਇੱਥੋਂ ਜਾਣਾ ਹੀ ਜਾਣਾ, ਅਤੇ ਤੁਸੀਂ ਆਪਦੇ ਘਰ ਜਾਓ, ਤੁਸੀਂ ਘਰ ਦੀ ਪਹਿਚਾਣ ਕਰੋ, ਸਹਿਜ ਦੇ ਵਿੱਚ ਜਾਓ। ਸਹਿਜ ਵਿੱਚ ਜਾਣ ਵਾਸਤੇ ਹੁਣ ਆਪਾਂ ਨੂੰ ਕਹਿੰਦੇ ਵੀ ਇੱਕ ਤਾਂ ਸ਼ਬਦ ਦੀ ਕਮਾਈ ਕਰੋ, ਸਿਮਰਨ ਕਰੋ, ਨਾਲ ਜੋ ਪਰਮਾਤਮਾ ਕਰ ਰਿਹਾ ਉਹਨੂੰ ਭਲਾ ਭਲਾ ਕਰਕੇ ਮੰਨੋ ਵੀ ਜੋ ਹੋ ਰਿਹਾ ਉਹੀਓ ਚੰਗਾ ਸਾਡੇ ਵਾਸਤੇ, ਫਿਰ ਸਾਡਾ ਮਨ ਸਹਿਜ ਵਿੱਚ ਜਾਏਗਾ। ਇਸ ਲਈ ਫਰਮਾਉਂਦੇ, ਗੁਰ ਸ਼ਬਦੀ ਤਰੀਏ ਬੌਰ ਨਾ ਮਰੀਏ, ਚੂਕੇ ਆਵਣ ਜਾਣਾ ਜੋ ਕਿਛ ਕਰੇ, ਸੋਈ ਭਲ ਮਾਨੋ ਤਾਂ ਮਨ ਸਹਿਜ ਸਮਾਣਾ। ਬਈ ਜੋ ਮਾਲਕ ਕਰ ਰਿਹਾ ਉਹਨੂੰ ਭਲਾ ਕਰਕੇ ਮੰਨੋ, ਫਿਰ ਕੀ ਹੋ, ਕਹਿੰਦੇ ਮਨ ਸਹਿਜ ਵਿੱਚ ਸਮਾ ਜੂ, ਸਹਿਜ ਘਰ ਚਲਾ ਜਾਓ। ਜੇ ਰੋਸ ਕਰਾਂਗੇ ਫਿਰ ਵਿਚਾਰ ਹੋਰ ਵਧੀ ਜਾਣ। ਤਾਂ ਮਨ ਨੂੰ ਕਹਿੰਦੇ, ਮੇਰੇ ਮਨ ਕਾਹੇ ਰੋਸ ਕਰੀਜੇ, ਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤਿ ਅੰਦਨ ਹਿਰਦੇ ਰਵੀਚ। ਬਈ ਮਨਾ ਰੋਸ ਕਾਹਦਾ ਕਰਨਾ, ਕਿਹਦੇ ਨਾਲ ਰੋਸ ਕਰੇਂਗੇ। ਬਈ ਲਾਹਾ ਦਾ ਤੈਨੂੰ ਇਹ ਹੈ, ਤੂੰ ਸਿਮਰਨ ਕਰਕੇ ਆਪਦੇ ਘਰ ਜਾ। ਵੀ ਜਿਹੜਾ ਤੈਨੂੰ ਆਖਿਆ ਵੀ ਤੂੰ ਉਹ ਕੰਮ ਕਰ, ਤੂੰ ਆਪਦੇ ਘਰ ਵਾਪਸ ਆ। ਜਦੋਂ ਤੂੰ ਘਰ ਆ ਜਾਏਗਾ ਨਾ ਆਪਦੇ, ਫਿਰ ਅਸੀਂ ਜੋ ਮਾਲਕ ਨੂੰ ਜਾ ਕੇ ਪੁੱਛਾਂਗੇ ਫਿਰ ਸਾਨੂੰ ਉਹ ਦੱਸ ਵੀ ਦੇਣਗੇ। ਫਿਰ ਜੇ ਅਸੀਂ ਕਿਸੇ ਨੂੰ ਮਿਲਣਾ ਵੀ ਚਾਹੁੰਦੇ ਬਈ ਸੰਸਾਰ ਦੇ ਵਿੱਚੋਂ ਜੇ ਕੋਈ ਸਾਡਾ ਸਾਕ ਸੰਬੰਧੀ ਚਲਾ ਵੀ ਗਿਆ ਹੈ, ਫਿਰ ਅਸੀਂ ਸਹਿਜ ਘਰ ਜਾਵਾਂਗੇ ਅਤੇ ਅਸੀਂ ਮਾਲਕ ਨੂੰ ਬੇਨਤੀ ਕਰਾਂਗੇ ਵੀ ਮਹਾਰਾਜ ਸਾਡਾ ਸੰਜੋਗੀ ਰਿਹਾ ਵੀ ਉਹ ਕਿੱਥੇ, ਅਸੀਂ ਉਹਨੂੰ ਮਿਲਣਾ ਚਾਹੁੰਦੇ ਅਤੇ ਮਿਲ ਲਾਂਗੇ ਸਹਿਜ ਘਰ ਜਾ ਕੇ। ਜੇ ਕਿਸੇ ਆਕਾਰ 'ਚ ਚਲਾ ਗਿਆ ਅਤੇ ਤਾਂ ਵੀ ਸਾਨੂੰ ਪਤਾ ਲੱਗ ਜਾਏਗਾ, ਜੇ ਘਰ ਦੇ ਵਿੱਚ ਬੈਠ ਗਿਆ ਅਤੇ ਤਾਂ ਵੀ ਸਾਨੂੰ ਪਤਾ ਲੱਗ ਜਾਏਗਾ ਵੀ ਆਪਣੇ ਘਰ ਬੈਠਾ। ਜਾਣੀ ਵੀ ਹੋਏਗਾ ਤਾਂ ਹੀ ਜੇ ਅਸੀਂ ਘਰ ਜਾਵਾਂਗੇ। ਜੇ ਹੁਣ ਘਰ ਜਾਂਦੇ ਨਹੀਂ ਅਤੇ ਫਿਰ ਅਸੀਂ ਇੱਧਰ ਵਿਚਾਰ ਫੁਰਨੇ ਲਈ ਜਾਵਾਂਗੇ, ਇਹ ਵਿਚਾਰਾਂ 'ਚ ਹੀ ਦੁੱਖ ਹੈ, ਵਿਚਾਰਾਂ 'ਚ ਹੀ ਪਾਪ ਪੁੰਨ ਨੇ, ਵਿਚਾਰਾਂ ਦੀ ਹੀ ਰਿਸ਼ਤੇ ਨਾਤੇ ਨੇ ਸਾਡੇ ਸਾਰੇ। ਸੋ ਤਾਂ ਫਿਰ ਆਪਾਂ ਨੂੰ ਮਹਾਰਾਜ ਸਮਝਾਉਂਦੇ ਵੀ ਤੁਸੀਂ ਇਹਨਾਂ ਵਿਚਾਰਾਂ ਨੂੰ ਹੀ ਮਾਰੋ। ਜੇ ਤੁਸੀਂ ਵਿਚਾਰ ਮਾਰ ਲਓਗੇ ਨਾ ਆਪਦੇ, ਤੁਸੀਂ ਆਪ ਵੀ ਤਰ ਜਾਓਗੇ ਅਤੇ ਨਾਲ ਤੁਸੀਂ ਹੋਰਾਂ ਨੂੰ ਵੀ ਤਾਰ ਸਕਦੇ। ਇਹ ਦੁਬਾਰਾ ਉਲਟ ਕੇ ਵਾਪਸ ਜੂਨਾਂ 'ਚ ਨਹੀਂ ਆਉਂਗੇ। ਮਹਾਰਾਜ ਨੇ ਦੇਖੋ ਆਪਾਂ ਨੂੰ ਕਿੰਨਾ ਸੌਖਾ ਕਰਕੇ ਇੱਕੋ ਸ਼ਬਦ 'ਚ ਹੀ ਦੱਸਤਾ। ਸਤਿਗੁਰੂ ਫਰਮਾਉਂਦੇ, ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਾ ਆਵੇ।
ਬਈ ਤੁਸੀਂ ਉਲਟ ਕੇ ਵਾਪਸ ਨਹੀਂ ਆਓਗੇ, ਜੂਨਾਂ 'ਚ ਆਪ ਤਾਂ ਤਰੋਗੇ, ਨਾਲ ਹੋਰਾਂ ਨੂੰ ਵੀ ਤਾਰ ਲਓਗੇ। ਹੁਣ ਜੇ ਅਸੀਂ ਕਿਸੇ ਨੂੰ ਇੰਨਾ ਹੀ ਪਿਆਰ ਕਰਦੇ ਹਾਂ ਅਤੇ ਫਿਰ ਅਸੀਂ ਸਿਮਰਨ ਕਰਕੇ ਪਹਿਲਾਂ ਆਪ ਤਰੀਏ ਅਤੇ ਨਾਲ ਅਗਲੇ ਨੂੰ ਤਾਰ ਲਈਏ। ਅਤੇ ਜੇ ਸਿਰਫ ਮਾਇਆ ਤੱਕ ਹੀ ਸੀਮਤ ਹਾਂ ਅਤੇ ਫਿਰ ਅਸੀਂ ਘਰ ਨਹੀਂ ਜਾਵਾਂਗੇ। ਤਾਂ ਮਹਾਰਾਜ ਇਹਨੂੰ ਕਹਿੰਦੇ ਸੰਸਾਰ ਦੇ ਪਿਆਰ ਨੂੰ ਵੀ ਇਹ ਝੂਠਾ ਹੈ। ਬਈ ਜੀਵ ਜੇ ਰੋਂਦੇ ਵੀ ਨੇ ਨਾ ਅਤੇ ਉਹ ਆਪਦੇ ਭੈ ਕਰਕੇ, ਡਰ ਕਰਕੇ, ਉਹਦੇ ਕੰਮਾਂ ਨੂੰ ਚੇਤੇ ਕਰਕੇ ਰੋਂਦੇ। ਬਈ ਉੱਦਾਂ ਕੋਈ ਮਰਦਿਆਂ ਦੇ ਨਾਲ ਮਰਦਾ ਨਹੀਂ ਹੈ, ਅੱਗੇ ਨਹੀਂ ਜਾਂਦਾ ਕੋਈ ਸਹਿਜ ਘਰ ਦੇ ਵਿੱਚ। ਤਾਂ ਮਹਾਰਾਜ ਕਹਿੰਦੇ ਭੈ ਰੋਵੇ ਗੁਣ ਸਾਰ ਸੰਭਾਲੇ, ਕੋ ਮੋਇਆ ਨਾ ਮਰਿਆ ਨਾਲੇ। ਬਈ ਕੋਈ ਮੋਇਆਂ ਦੇ ਨਾਲ ਮਰਦਾ ਨਹੀਂ, ਕੋਈ ਨਾਲ ਨਹੀਂ ਜਾਂਦਾ। ਸਿਰਫ ਇਧਰ ਸੰਸਾਰ ਦੇ ਵਿੱਚ ਜੀਵ ਇਹ ਝੂਠਾ ਰੋਂਦੇ। ਤਾਂ ਮਹਾਰਾਜ ਕਹਿੰਦੇ ਝੂਠਾ ਰੁਦਨ ਹੋਆ ਦਿਵਾਲੇ, ਕਿਨਮੇ ਭਇਆ ਪਰਾਇਆ। ਵੀ ਇੱਕ ਛਣ 'ਚ ਜੀ ਪਰਾਇਆ ਹੋ ਜਾਂਦਾ ਅਤੇ ਆਸੇ ਪਾਸੇ ਇਹ ਸਰੀਰ ਦੇ ਬਹਿ ਕੇ ਝੂਠਾ ਹੀ ਰੋਂਦੇ। ਤਾਂ ਕਹਿੰਦੇ ਵੀ ਇਹ ਪਿਆਰ ਜਿਹੜਾ ਮਾਇਆ ਦਾ, ਸਰੀਰ ਦਾ, ਇਹ ਝੂਠਾ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਆਤਮਕ ਪਿਆਰ ਕਰਾਂਗੇ ਫਿਰ ਅਸੀਂ ਸਹਿਜ ਘਰ ਜਾਵਾਂਗੇ, ਆਪਦੇ ਘਰ ਜਾਵਾਂਗੇ। ਫਿਰ ਅਸੀਂ ਜਿਹੜੇ ਆਪਦੇ ਪਿਆਰੇ ਉਹਨਾਂ ਨੂੰ ਮਿਲ ਸਕਦੇ ਹਾਂ। ਫਿਰ ਅਸੀਂ ਮਾਲਕ ਨੂੰ ਬੇਨਤੀ ਵੀ ਕਰ ਸਕਦੇ ਹਾਂ। ਉਹ ਸਹਿਜ ਵਿੱਚ ਗੇ ਕੀਤੀ ਹੋਈ ਬੇਨਤੀ, ਅਰਦਾਸ ਗੁਰਮੁਖਾਂ ਦੀ, ਉਹ ਕਦੇ ਵਿਅਰਥ ਨਹੀਂ ਜਾਂਦੀ। ਉਹਨੂੰ ਮਹਾਰਾਜ ਫਰਮਾਉਂਦੇ ਵਿਰਥਾ ਕਦੇ ਨਾ ਹੋਵਈ ਜਨ ਕੀ ਅਰਦਾਸ। ਬਈ ਹਰੀ ਦੇ ਜਨ ਦੀ ਕੀਤੀ ਹੋਈ ਅਰਦਾਸ ਉਹ ਕਦੇ ਵਿਅਰਥ ਨਹੀਂ ਜਾਂਦੀ। ਪਰ ਹਰੀ ਦਾ ਜਨ ਹੋਵੇ, ਹਰ ਜਨ। ਹਰ ਜਨ ਅਸੀਂ ਉਦੋਂ ਹੀ ਬਣਦੇ ਜਦੋਂ ਅਸੀਂ ਸਹਿਜ ਘਰ ਚਲੇ ਜਾਂਦੇ ਹਾਂ ਆਪਦੇ। ਫਿਰ ਉਦੋਂ ਕਹਿੰਦੇ ਹਰੀ, ਪਰਮਾਤਮਾ ਅਤੇ ਹਰੀ ਦੇ ਜਨ 'ਚ ਕੋਈ ਫਰਕ ਨਹੀਂ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾ ਹੈ। ਵੀ ਇਹਨਾਂ ਦੇ ਮਾਲਕ ਦੇ ਵਿੱਚ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ। ਹੁਣ ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਆਪਦੇ ਘਰ ਆਓ। ਹੁਣ ਕਿਵੇਂ ਸਾਡੇ ਮਨ ਨੇ ਘਰ ਜਾਣਾ, ਉਹਦੇ ਵਾਸਤੇ ਆਪਾਂ ਨੂੰ ਮਹਾਰਾਜ ਜੀ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਲਗਾਤਾਰ ਹੀ ਸਿਮਰਨ ਕਰਦੇ, ਬਹਿੰਦੇ ਉੱਠਦੇ, ਕੰਮ ਕਾਰ ਕਰਦੇ, ਚੱਲਦੇ ਫਿਰਦੇ, ਨਾਲ ਨਾਲ ਮਨ ਨੂੰ ਗੁਰੂ ਦੀ ਮੱਤ ਦਿੰਦੇ, ਗਿਆਨ ਜੋ ਮਾਲਕ ਕਰਦਾ ਉਹਨੂੰ ਭਲਾ ਭਲਾ ਕਰਕੇ ਮੰਨਦੇ, ਫਿਰ ਸਾਡਾ ਮਨ ਸਹਿਜ ਵਿੱਚ ਚਲਾ ਜਾਂਦਾ। ਸਹਿਜ ਆਪਣਾ ਘਰ ਹੈ। ਜਦੋਂ ਅਸੀਂ ਇੱਕ ਵਾਰ ਆਪਦੇ ਘਰ ਚਲੇ ਗਏ, ਉਹ ਆਨੰਦ, ਉਹ ਸੁੱਖ ਅਸੀਂ ਆਪਦੇ ਘਰ ਦਾ ਮੰਨ ਲਿਆ। ਫਿਰ ਜਦੋਂ ਅਸੀਂ ਸਹਿਜ ਤੋਂ ਬਾਹਰ ਵੀ ਆਉਣਾ ਹੋਇਆ ਇੱਧਰ ਸੰਸਾਰ 'ਚ, ਫਿਰ ਅਸੀਂ ਉਹੀ ਆਨੰਦ ਭਾਲਦੇ ਹਾਂ ਵੀ ਸਾਡਾ ਸਹਿਜ ਜਿਹੜਾ ਬਣਿਆ ਹੀ ਰਵੇ, ਟੁੱਟੇ। ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਸਿਮਰਨ ਕਰ, ਸੰਗਤ ਕਰ। ਫਿਰ ਉਹ ਆਪਦੇ ਆਪ ਹੀ ਮਨ ਸਿਮਰਨ ਕਰਦੇ ਹੀ ਰਹਿੰਦਾ। ਇਸ ਅਵਸਥਾ 'ਚ ਮਹਾਰਾਜ ਫਰਮਾਉਂਦੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਫਿਰ ਆਪਦੇ ਆਪ ਹੀ ਗੁਰਮੰਤਰ ਹੀ ਸਿਮਰਨ ਕਰਦੇ ਹੀ ਰਹਿੰਦੇ। ਇਹਨੂੰ ਪਤਾ ਲੱਗ ਜਾਂਦਾ ਵੀ ਹੁਣ ਮੈਂ ਘਰ ਤੋਂ ਬਾਹਰ ਆ ਗਿਆ, ਮੈਨੂੰ ਸਿਮਰਨ ਦੀ ਲੋੜ ਹੈ। ਜਦੋਂ ਅਸੀਂ ਆਪਦੇ ਘਰ ਚਲੇ ਗਏ ਸਹਿਜ ਵਿੱਚ, ਉਸੇ ਸਾਨੂੰ ਸਿਮਰਨ ਦੀ ਲੋੜ ਨਹੀਂ ਪੈਂਦੀ। ਉਸੇ ਦਾ ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਸਹਿਜ ਘਰ ਦੇ ਵਿੱਚ। ਇਸ ਵਾਸਤੇ ਹੁਣ ਆਪਾਂ ਆਪਦੇ ਘਰ ਜਾਣ ਲਈ ਬਾਚੋ ਬਾਦੇ ਸਿਮਰਨ ਕਰਨ, ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਸਹਿਜ ਵਿੱਚ ਵਿਚਾਰਨ, ਕਿਉਂਕਿ ਸਾਰਾ ਆਪਣੇ ਘਰ ਦੀ ਗੱਲ ਕਰਦੇ, ਅਤੇ ਵੱਧ ਤੋਂ ਵੱਧ ਅਸੀਂ ਸਤ ਸੰਗਤ ਕਰ। ਇਹ ਜੋ ਸਾਰਾ ਗਿਆਨ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਮਨ ਨੂੰ ਵੀ ਸੋਝੀ ਆ ਜੇ, ਇਹਨੂੰ ਵੀ ਭੇਦ ਆ ਜੇ, ਇਹਨੂੰ ਵੀ ਮਾਲਕ ਦਾ ਕੀਤਾ ਹੋਇਆ ਸਾਰਾ ਭਲਾ ਭਲਾ ਲੱਗਣ ਲੱਗ ਜੇ, ਪਿਆਰਾ ਲੱਗਣ ਲੱਗ ਜੇ, ਤਾਂ ਕਿ ਆਪਦੇ ਘਰ ਸਹਿਜ ਵਿੱਚ ਚਲਾ ਜਾਵੇ। ਸੋ ਵੀ ਨਹੀਂ ਬੇਨਤੀਆਂ ਨੇ। ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ